ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਹਿਤ ਅਰਥ ਕੇ ਸ਼ਬਦ ਬਖਾਨਾ, ਸੁਨ ਪੰਡਤ ਹਾਨਿਓ ਨਿਜ ਮਾਨਾ। ਮਨ ਸਭ ਹੋਏ ਵਿਚਾਰਨ ਲਾਗਾ, ਉਚਰਤ ਸਤਿ ਕਰਤ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬਨਵਾਦ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਣ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਬੜੇ ਪਿਆਰ ਭਿੱਜੇ ਬਚਨ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੁਰ ਕੇਤੀ ਝਕ ਝਕ ਆਵੇ ਜਾਏ। ਹਰੀ ਦੇ ਪਿਆਰੇ ਬਣਨ ਦੇ ਲਈ ਆਪਣੇ ਆਪ ਨੂੰ ਸਵਾਰਨਾ ਪੈਂਦਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਪਾਵਨ ਰਚਨਾ 'ਚ ਬਚਨ ਕਿਹਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਕਿਹਾ ਕਿ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰਨ ਤੋਂ ਅਰਥ ਹੈ ਬੁਰਾਈਆਂ ਤੋਂ ਬਚਣਾ, ਔਗਣਾ ਤੋਂ ਬਚਣਾ, ਆਪਣੇ ਮਨ ਦੀਆਂ ਬੁਰਾਈਆਂ ਤੋਂ ਉੱਚੇ ਉੱਠ ਕੇ ਰੱਬੀ ਗੁਣਾਂ ਦੇ ਧਾਰਨੀ ਬਣਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਮੁੱਖ ਮਕਸਦ ਮਨੁੱਖ ਨੂੰ ਹਰੀ ਕੇ ਪਿਆਰੇ ਬਣਾਉਣ ਤੋਂ ਹੀ ਹੈ। ਗੁਰਮਤਿ ਇਹ ਗੱਲ ਕਹਿੰਦੀ ਹੈ ਕਿ ਆਪਾਂ ਇਸ ਜੀਵਨ 'ਚ ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਹੈ। ਇਸ ਆਸ 'ਚ ਨਹੀਂ ਬਹਿਣਾ ਕਿ ਕਦੋਂ ਮਰੀਏ ਤੇ ਕਦੋਂ ਰੱਬ ਨੂੰ ਮਿਲੀਏ, ਜਾਂ ਕਦੋਂ ਸਾਨੂੰ ਮਰਨ ਤੋਂ ਬਾਅਦ ਮੁਕਤੀ ਮਿਲੇ। ਅਜਿਹੀ ਮੁਕਤੀ ਦੀ ਸਾਨੂੰ ਲੋੜ ਵੀ ਕੋਈ ਨਹੀਂ ਹੈ। ਜਿਸ ਧਰਮ ਰਾਏ ਦੀ ਚਰਚਾ ਦੁਨੀਆ ਕਰਦੀ ਹੈ, ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਦਾ ਡਰ ਸਾਡੇ ਹਿਰਦਿਆਂ 'ਚੋਂ ਕੱਢ ਦਿੱਤਾ ਕਿ ਧਰਮ ਰਾਏ ਹੈ ਹਰ ਕਾ ਕੀਆ। ਇਹ ਧਰਮਰਾਜ ਰੱਬ ਦਾ ਬਣਾਇਆ ਹੋਇਆ ਇੱਕ ਵਰਕਰ ਹੈ, ਇਹ ਕੋਈ ਮਾਲਕ ਨਹੀਂ ਹੈ। ਇਸ ਕਰਕੇ ਗੁਰਮਤਿ ਨੇ ਸਾਨੂੰ ਹਰ ਤਰ੍ਹਾਂ ਦੇ ਜਮਾਂ ਤੋਂ ਜਾਂ ਇਹ ਧਰਮ ਰਾਏ ਦੇ ਡਰ ਤੋਂ ਉੱਚੀਆਂ ਉਠਾ ਕੇ ਰੱਬੀ ਪਿਆਰ ਵਿੱਚ ਜੁੜਨ ਦੀ ਗੱਲ ਕਹੀ ਹੈ। ਜੋ ਹਰੀ ਕਾ ਪਿਆਰਾ ਬਣ ਜਾਂਦਾ ਹੈ, ਉਹ ਸਮੁੱਚੀ ਮਨੁੱਖਤਾ ਦਾ ਪਿਆਰਾ ਬਣ ਜਾਂਦਾ ਹੈ, ਕਿਉਂਕਿ ਹਰੀ ਨੂੰ ਪਿਆਰ ਕਰਨ ਵਾਲਾ ਸਮੁੱਚੀ ਮਾਨਵਤਾ ਨੂੰ ਪਿਆਰ ਕਰਦਾ ਹੈ। ਉਹਨੂੰ ਸਮੁੱਚੀ ਮਾਨਵਤਾ 'ਚੋਂ ਪਰਮਾਤਮਾ ਨਜ਼ਰ ਆਉਂਦਾ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਰਾਮਦਾਸ ਜੀ ਮਹਾਰਾਜ ਆਪ ਗੁਰੂ ਕੀ ਹਜ਼ੂਰੀ 'ਚ ਆ ਕੇ ਹਰੀ ਕੇ ਪਿਆਰੇ ਬਣੇ। ਉਹਨਾਂ ਨੇ ਲੋਕਾਂ ਨੂੰ ਵੀ ਹਰੀ ਕੇ ਪਿਆਰੇ ਬਣਨ ਦੇ ਲਈ ਇਹ ਜੀਵਨ ਜਾਚ ਗੁਰਬਾਣੀ ਰਾਹੀਂ ਬਖਸ਼ਿਸ਼ ਕੀਤੀ ਹੈ। ਆਪਾਂ ਵਡਭਾਗੀ ਹਾਂ ਜੋ ਗੁਰੂ ਕੇ ਇਹ ਬਚਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀਆਂ ਨੇ ਮਾਣਿਆ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਹਰ ਰੋਜ਼ ਕਥਾ ਵਿਚਾਰ ਸਰਵਣ ਕਰਦੇ ਹੋ। ਵਾਰਤਾ ਚੱਲ ਰਹੀ ਸੀ ਕਿ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜੀ ਵਿੱਚ ਬਿਰਾਜਮਾਨ ਨੇ। ਬੇਅੰਤ ਤਰ੍ਹਾਂ ਦੇ ਪ੍ਰਾਣੀ ਸਤਿਗੁਰੂ ਜੀ ਦੇ ਕੋਲ ਆਉਂਦੇ ਨੇ, ਦੂਸਰੇ ਮੱਤਾਂ ਦੇ ਵੀ ਆਉਂਦੇ ਨੇ। ਇੱਕ ਪੰਡਤ ਜੀ ਬੜੇ ਵਿਦਵਾਨ ਸਨ, ਬੇਣੀ ਉਹਨਾਂ ਦਾ ਨਾਮ ਹੈ। ਇੰਨੀ ਵਿਦਵਤਾ ਸੀ ਉਹਨਾਂ ਦੇ ਕੋਲ ਕਿ ਜਿੱਥੇ ਵੀ ਜਾ ਕੇ ਚਰਚਾ ਕਰਦੇ ਸਨ, ਸੰਵਾਦ ਕਰਦੇ ਸਨ, ਉਹ ਇੱਕ ਗੱਲ ਲਿਖਾ ਲੈਂਦੇ ਸਨ ਚਰਚਾ ਕਰਨ ਤੋਂ ਪਹਿਲਾਂ ਕਿ ਜਿਹੜਾ ਜਿੱਤ ਜਾਏਗਾ ਉਹ ਦੂਜੇ ਦੇ ਸਾਰੇ ਗ੍ਰੰਥ ਲੈ ਲਵੇਗਾ। ਕਈ ਪੰਡਤਾਂ ਨੂੰ ਇਹਨਾਂ ਨੇ ਹਰਾਇਆ, ਜਲੀਲ ਵੀ ਕੀਤਾ। ਉਹਨਾਂ ਪਾਸੋਂ ਸਾਰੇ ਗ੍ਰੰਥ ਖੋ ਖੋ ਕੇ ਊਠ ਦੇ ਉੱਪਰ ਲੱਦੇ ਹੋਏ ਸਨ। ਚੱਲਦਾ ਚਲਾਉਂਦਾ ਇਹ ਗੋਇੰਦਵਾਲ ਸਾਹਿਬ ਜੀ ਵੇਖੇ ਆ ਗਏ। ਗੁਰੂ ਸਾਹਿਬ ਜੀ ਦੇ ਨਾਲ ਵੀ ਇਹਨੇ ਚਰਚਾ ਕਰਨ ਦੀ ਚਾਹ ਦੇ ਨਾਲ ਗੱਲਬਾਤ ਕੀਤੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸਦੇ ਤਪਦੇ ਮਨ ਨੂੰ ਸ਼ਾਂਤ ਕੀਤਾ ਹੈ, ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹਦੇ ਅੰਦਰੋਂ ਅਹੰਕਾਰ ਨੂੰ ਤੋੜਿਆ। ਦੇਖੋ, ਚਰਚਾ ਕਰ ਲੈਣੀ ਹਰ ਬੰਦਾ ਹੀ ਕਰਨ ਨੂੰ ਤਿਆਰ ਰਹਿੰਦਾ ਹੈ। ਕਈ ਵਾਰੀ ਕਿਸੇ ਨੂੰ ਕੋਈ ਵੀ ਨਾ ਆਉਂਦਾ ਹੋਏ ਤੇ ਬਦੋਬਦੀ ਵਿੱਚ ਆਪਣੀ ਹਾਜ਼ਰੀ ਲਵਾਉਣਾ ਚਾਹੁੰਦਾ। ਤੁਸੀਂ ਦੇਖਦੇ ਗੱਲ ਕੋਈ ਚੱਲ ਰਹੀ ਹੁੰਦੀ ਹੈ ਕਿ ਖਾਮਖਾ ਗੱਲ ਦੇ ਸਬਜੈਕਟ ਦਾ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਇਹ 'ਚ ਬਦੋਬਦੀ ਆਪਣੀ ਹਾਜ਼ਰੀ ਲਵਾਉਣ ਲਈ ਉਤਾਵਲੇ ਰਹਿੰਦੇ ਨੇ। ਚਰਚਾ ਕਰਨੀ ਔਖੀ ਗੱਲ ਨਹੀਂ ਹੈ, ਪਰ ਚਰਚਾ ਕਰਨ ਦੇ ਨਾਲ ਵਡਿਆਈ ਤੇ ਤਾਂ ਬਣਦੀ ਹੈ ਕਿ ਤੁਸੀਂ ਜਿਸ ਨਾਲ ਚਰਚਾ ਕਰ ਰਹੇ ਹੋ ਗਿਆਨ ਦੇ ਨਾਲ ਉਹਦੇ ਮਨ ਤੇ ਆਪਣਾ ਪ੍ਰਭਾਵ ਪਾਓ, ਉਹ ਤੁਹਾਡੇ ਗਿਆਨ ਨੂੰ ਪ੍ਰਵਾਨ ਕਰ ਲਏ। ਇਸ ਕਰਕੇ ਗੁਰੂ ਅਮਰਦਾਸ ਜੀ ਦੇ ਨਾਲ ਜਦੋਂ ਇਸ ਨੇ ਗੱਲਬਾਤ ਕੀਤੀ, ਇਹ ਸਤਿਗੁਰੂ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ। ਗੁਰਬਾਣੀ ਪੜ੍ਹੋਗੇ, ਸਤਿਗੁਰੂ ਸਾਹਿਬਾਨ ਜੀ ਬੇਅੰਤ ਥਾਵਾਂ 'ਤੇ ਗਏ, ਪੰਡਤਾਂ ਨਾਲ, ਜੋਗੀਆਂ ਨਾਲ, ਸਿੱਧਾਂ ਨਾਲ,
ਨਾਥਾਂ ਨਾਲ, ਵੱਡੇ ਵੱਡੇ ਰਾਜਿਆਂ ਨਾਲ, ਵੱਡੇ ਵੱਡੇ ਹੋਰ ਅਨੇਕ ਤਰ੍ਹਾਂ ਦੇ ਲੋਕਾਂ ਨਾਲ ਸਤਿਗੁਰੂ ਜੀ ਦੀ ਚਰਚਾ ਹੁੰਦੀ ਰਹੀ। ਪਰ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ, ਗੁਰੂ ਸਾਹਿਬ ਜੀ ਦੀ ਇਹ ਮਹਿਮਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਦੇ ਨਾਲ ਜਿੱਤਦੇ ਸਨ। ਸਤਿਗੁਰੂ ਜੀ ਲੜਾਈ ਨਹੀਂ ਸਨ ਕਰਦੇ, ਔਰ ਸਤਿਗੁਰੂ ਜੀ ਕੋਲ ਗਿਆਨ ਦੀ ਖੜਗ ਸੀ। ਦਰਅਸਲ ਸਭ ਤੋਂ ਵੱਡਾ ਹਥਿਆਰ ਜਿਹੜਾ ਉਹ ਗਿਆਨ ਹੀ ਹੈ, ਕਿ ਗੁਰਮਤਿ ਨੇ ਸਾਨੂੰ ਗਿਆਨ ਦੀ ਦਾਤ ਦਿੱਤੀ ਹੈ। ਇਹ ਬਾਹਰੀ ਜਿਹੜੇ ਹਥਿਆਰ ਨੇ, ਇਹ ਮਜਬੂਰੀ ਜਦੋਂ ਸਿਰੋਂ ਪਾਣੀ ਲੰਘ ਜਾਏ, ਮੂਰਖ ਦਾ ਇਲਾਜ ਫਿਰ ਇਹੀ ਹੈ। ਜਿਹੜਾ ਗਿਆਨ ਨਾਲ ਨਾ ਮੰਨੇ, ਉਹਦਾ ਇਲਾਜ ਫਿਰ ਇਹੀ ਹੈ। ਲੇਕਿਨ ਸਭ ਤੋਂ ਪਹਿਲਾ ਹਥਿਆਰ ਹੈ ਗਿਆਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਇਹ ਪੰਡਤ ਜੀ ਜਿਵੇਂ ਹੋਰ ਗੱਲਬਾਤ ਕਰਦੇ ਨੇ, ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਰਹਿ ਕੇ ਇਹ ਵਾਰਤਾ ਆਪਾਂ ਨੇ ਸਰਵਣ ਕਰਨੀ ਹੈ। ਆਓ ਗੁਰੂ ਪਿਆਰ 'ਚ ਜੁੜਦੇ ਹਾਂ। ਅਗਲੀ ਗਾਥਾ ਸਰਵਣ ਕਰਨ ਦੇ ਲਈ ਸਾਰੇ ਹੀ ਮਨ ਚਿਤ ਇਕਾਗਰ ਹੋ ਮੁਖ ਤੋਂ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਹਿਤ ਅਰਥ ਕੇ ਸ਼ਬਦ ਬਖਾਨਾ, ਸੁਨ ਪੰਡਤ ਹਾਨਿਓ ਨਿਜ ਮਾਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਲਾਰ ਰਾਗ ਦਾ ਇੱਕ ਸ਼ਬਦ ਉਚਾਰਨ ਕੀਤਾ ਹੈ। ਇਹ ਮਨ ਗਿਰਹੀ, ਕਿ ਇਹ ਮਨ ਉਦਾਸੀ, ਕਿ ਇਹ ਮਨ ਕੋ, ਕਿ ਮਨ ਅਵਚਲ ਸਦਾ ਅਵਿਨਾਸੀ। ਸਤਿਗੁਰੂ ਜੀ ਨੇ ਇਸ ਸ਼ਬਦ ਦੀ ਫਿਰ ਅਰਥ ਕਰਕੇ ਇਹਨੂੰ ਸਮਝਾਇਆ ਹੈ। ਪੰਡਤ ਗੁਰੂ ਬਾਣੀ ਨੂੰ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜਿਹੜੀ ਹੈ, ਇਹ ਹਰ ਮਨੁੱਖ ਦੀ ਗੱਲ ਕਰਦੀ ਹੈ। ਇਵੇਂ ਕਹਿ ਲਓ, ਕਰਦੀ ਮਨੁੱਖ ਦੇ ਆਤਮਿਕ ਜੀਵਨ ਦੀ ਗੱਲ ਹੈ। ਕਿਸੇ ਦਾ ਦਿਲ ਨਹੀਂ ਦੁਖਾਇਆ ਸਤਿਗੁਰੂ ਜੀ ਨੇ। ਹਾਂ, ਕੋਈ ਧਰਮ ਦੇ ਨਾਂ ਤੇ ਪਖੰਡ ਕਰ ਰਿਹਾ ਹੈ, ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਕੋਈ ਭਰਮ ਵਿੱਚ ਹੈ, ਤੇ ਗੁਰਬਾਣੀ ਨੇ ਉਹ ਭਰਮ ਦੇ ਛੌੜ ਜ਼ਰੂਰ ਕੱਟੇ ਨੇ, ਉਹ ਪਖੰਡ ਦੀਆਂ ਧੱਜੀਆਂ ਜ਼ਰੂਰ ਉਡਾਈਆਂ ਨੇ। ਲੇਕਿਨ ਜੋ ਸੱਚ ਹੈ, ਉਹ ਸਤਿਗੁਰੂ ਜੀ ਨੇ ਉਜਾਗਰ ਕਰਨ ਲੱਗਿਆਂ ਉਹਨੂੰ ਕੈਦ ਨਹੀਂ ਹੋਣ ਦਿੱਤਾ। ਕਈ ਥਾਵਾਂ ਤੇ ਸਤਿਗੁਰੂ ਜੀ ਆਪ ਭਾਵੇਂ ਕੈਦੀ ਹੋ ਗਏ, ਪਰ ਸੱਚ ਨੂੰ ਕੈਦ ਨਹੀਂ ਹੋਣ ਦਿੱਤਾ, ਸੱਚ ਨੂੰ ਪ੍ਰਗਟ ਕਰ ਦਿੱਤਾ। ਭਾਵੇਂ ਉਹ ਮੱਕੇ ਦੀ ਧਰਤੀ ਸੀ, ਭਾਵੇਂ ਉਹ ਹਰਿਦੁਆਰ ਦੇ ਵਿੱਚ ਕੱਟੜ ਬ੍ਰਾਹਮਣ ਸਤਿਗੁਰੂ ਜੀ ਖੜੇ ਸਨ, ਭਾਵੇਂ ਜਗਨਨਾਥਪੁਰੀ ਹੈ, ਭਾਵੇਂ ਸਿੱਧਾ ਜੋਗੀਆਂ ਸਤਿਗੁਰੂ ਜੀ ਜਾਂਦੇ ਨੇ। ਇਵੇਂ ਸਤਿਗੁਰੂ ਜੀ ਨੇ ਗੁਰਬਾਣੀ ਦੇ ਰਾਹੀਂ ਜੋ ਸੱਚ ਸੀ ਜ਼ਿੰਦਗੀ ਦਾ, ਉਹ ਦੱਸਿਆ। ਪੰਡਤ ਜੀ ਵਿਦਵਾਨ ਸਨ, ਸਮਝਦਾਰ ਸਨ, ਉਹ ਸਮਝ ਗਏ ਤੇ ਉਹ ਗੁਰੂ ਚਰਨਾਂ ਤੇ ਝੁਕ ਗਏ। ਮਨ ਸਭ ਹੋਏ ਵਿਚਾਰਨ ਲਾਗਾ, ਉਚਰਤ ਸਤ ਕਰੇ ਅਨੁਰਾਗਾ। ਆਪਣੇ ਮਨ ਨਾਲ ਗੱਲਬਾਤ, ਮਨੁਸਬ ਦਾ ਅਰਥ ਹੁੰਦਾ ਨਿਆਂ ਕਰਨ ਵਾਲਾ। ਆਪਣੇ ਮਨ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਸੋਚਣ ਲੱਗਾ, ਇਸ ਸ਼ਬਦ ਦੀ ਵਿਚਾਰ ਕਰਨ ਲੱਗਾ। ਕਿਰਪਾ ਦ੍ਰਿਸ਼ਟ ਪੁਨ ਗੁਰ ਤੇ ਕੀਨਸ, ਅੰਤਰ ਬਿਤੀ ਹੋਏ ਸੁਖ ਚੀਨਸ। ਗੁਰ ਨੇ ਕੀਨਸ, ਫਿਰ ਸਤਿਗੁਰੂ ਜੀ ਨੇ ਪਿਆਰ ਨਾਲ ਦਇਆ ਦ੍ਰਿਸ਼ਟੀ ਕੀਤੀ। ਇਹ ਪੰਡਤ ਜੀ ਅੰਤਰਬ੍ਰਿਤ ਹੋ ਕੇ, ਅੰਤਰਮੁਖੀ ਹੋ ਕੇ ਆਪਣੀ ਵਿਚਾਰ ਕਰਨ ਲੱਗ ਪਏ। ਜਨਮ ਜਨਮ ਕੋ ਸੁਬਤ ਜਗਾਇਓ, ਨਿਜ ਸਰੂਪ ਆਤਮ ਪ੍ਰਗਟਾਇਓ। ਇਹਦਾ ਮਨ ਜਿਹੜਾ ਸੁੱਤਾ ਪਿਆ ਸੀ, ਸੌਣ ਦਾ ਅਰਥ ਹੈ ਕਿ ਹੰਕਾਰ ਵਿੱਚ, ਅਗਿਆਨਤਾ ਦੇ ਵਿੱਚ ਇਹਦਾ ਮਨ ਹੋਰ ਹੀ ਬੰਨੇ ਲੱਗਿਆ ਹੋਇਆ ਸੀ। ਗੁਰਬਾਣੀ ਕਹਿੰਦੀ ਹੈ ਕਿ ਸਰੀਰ ਕਰਕੇ ਜਾਗਣਾ, ਦੇਖੋ ਦੁਨਿਆਵੀ ਕਾਰ ਵਿਹਾਰ ਨਿਭਾਉਣ ਲਈ, ਜਿਉਂਦੇ ਰਹਿਣ ਲਈ ਸਰੀਰ ਕਰਕੇ ਵੀ ਜਾਗਣ ਦੀ ਲੋੜ ਹੁੰਦੀ ਹੈ, ਪਰ ਉਦੋਂ ਅੱਗੇ ਮਨ ਕਰਕੇ ਜਾਗਣ ਦੀ ਲੋੜ ਹੈ। ਕਈ ਵਾਰੀ ਸਰੀਰਕ ਤੌਰ ਤੇ ਅਸੀਂ ਦੇਖੋ ਰਾਤ ਨੂੰ ਆਰਾਮ ਕਰਦੇ ਹਾਂ, ਦਿਨੇ ਜਾਗਦੇ ਹਾਂ, ਸਾਰਾ ਦਿਨ ਕੰਮ ਧੰਦਾ ਕਰਦੇ ਹਾਂ, ਜ਼ਰੂਰੀ ਹੈ। ਲੇਕਿਨ ਮਨ ਕਰਕੇ ਕਈ ਵਾਰਾਂ ਅਸੀਂ ਸੁੱਤੇ ਰਹਿੰਦੇ ਹਾਂ। ਜਿੰਨਾ ਚਿਰ ਮਨ ਨਹੀਂ ਜਾਗੇਗਾ, ਕੇਵਲ ਸਰੀਰ ਦੇ ਜਾਗਣ ਨਾਲ ਗੱਲ ਨਹੀਂ ਬਣਨੀ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਾਰ-ਵਾਰ ਕਿਹਾ, ਜਾਗ ਲਿਹੋ ਰੇ ਮਨ, ਜਾਗ ਲਿਹੋ ਕਹਾਂ ਗਾਫਲ ਸੋਇਆ। ਅਸੀਂ ਕਹਿੰਦੇ ਜੀ ਅਸੀਂ ਤੇ ਜਾਗਦੇ ਹੀ ਹਾਂ, ਪਰ ਗੁਰਬਾਣੀ ਕਹਿੰਦੀ ਜੇ ਤੂੰ ਜਾਗਦਾ ਕਦੀ ਦੇਖਿਆ? ਬੜੇ ਲੋਕ ਇੱਥੇ ਆਏ ਜਿਹੜੇ ਬੜੇ ਬੜੇ ਧਨਵਾਨ ਸਨ, ਉਹ ਧਨ ਤੇ ਨਾਲ ਨਹੀਂ ਲੈ ਕੇ, ਦੇਖਿਆ ਕੋਈ ਨਾਲ ਲੈ ਕੇ ਗਿਆ? ਜੇ ਜਾਗਦਾ ਤੈਨੂੰ ਨਜ਼ਰ ਨਹੀਂ ਆਉਂਦਾ, ਖਾਲੀ ਹੱਥ ਜਾਂਦੇ ਨੇ। ਬੜੇ ਬੜੇ ਉਹ ਆਏ ਜਿਨ੍ਹਾਂ ਨੇ ਰਾਜਗੱਦੀਆਂ, ਆਪਣੇ ਰਾਜ ਭਾਗ ਕਾਇਮ ਕੀਤੇ ਲੋਕਾਂ ਤੇ ਜ਼ੋਰ ਜ਼ੁਲਮ ਕਰਕੇ, ਤੂੰ ਦੇਖਿਆ ਨਹੀਂ ਉਹ ਖਾਲੀ ਹੱਥ ਜਾਂਦੇ ਨੇ। ਅਸੀਂ ਸਭ ਕੁਝ ਦੇਖਦਿਆਂ ਹੋਇਆਂ, ਕਿਉਂਕਿ ਸੁੱਤਾ ਹੋਇਆ ਸਾਡਾ ਮਨ ਇਸ ਗੱਲ ਨੂੰ ਸਮਝਦਾ ਨਹੀਂ ਹੈ, ਫਿਰ ਵੀ ਸਾਡਾ ਮਨ ਕੇਵਲ ਤਾਂ ਕੇਵਲ ਇਸੇ ਬੰਨੇ ਹੀ ਜਾਂਦਾ ਹੈ, ਇਹਨੂੰ ਹੀ ਮਾਨਤਾ ਦਿੰਦਾ ਹੈ। ਸੱਚ ਦੀ ਵਡਿਆਈ ਭਾਗਾਂ ਵਾਲਿਆਂ ਦੇ ਹਿਰਦੇ 'ਚ ਵਸਦੀ ਹੈ। ਇਸ ਕਰਕੇ ਇਹ ਪੰਡਤ ਦਾ ਮਨ ਜਾਗ ਪਿਆ, ਇਹ ਗੱਲ ਨੂੰ ਸਮਝ ਕੇ ਸੁਚੇਤ ਹੋ ਗਿਆ ਏ। ਬੈਠੇ ਲਗੀ ਸਮਾਧ ਅਡੋਲੇ, ਕਿਤਕ ਦੇਰ ਮਹਿ ਲੋਚਨ ਖੋਲੇ। ਕਿੰਨਾ ਚਿਰ ਬੈਠ ਕੇ ਅੱਖਾਂ ਬੰਦ ਕਰਕੇ ਇਹ ਆਪਣੀ ਸਵੈ ਪੜਚੋਲ ਕਰਦਾ ਰਿਹਾ, ਅੰਦਰ ਝਾਤ ਮਾਰਦਾ ਰਿਹਾ। ਅੰਦਰ ਝਾਤ ਮਾਰਨੀ ਬਹੁਤ ਜ਼ਰੂਰੀ। ਸਿਆਣੇ ਕਹਿੰਦੇ ਨੇ ਕਿ ਹਰ ਮਨੁੱਖ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਕੁਝ ਚਿਰ ਇਕਾਗਰਚਿਤ ਹੋ ਕੇ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ, ਲੇਖਾ ਜੋਖਾ ਕਰਨਾ ਚਾਹੀਦਾ ਹੈ।
ਕਿ ਅੱਜ ਸਾਰਾ ਦਿਨ ਕੀਤਾ ਕੀ ਹੈ ਵੀ ਮੈਂ ਅੱਜ ਸਾਰਾ ਦਿਨ ਕਿਸੇ ਦਾ ਮਨ ਤਾਂ ਨਹੀਂ ਦਿਖਾਇਆ, ਕਿਸੇ ਦਾ ਹੱਕ ਤਾਂ ਨਹੀਂ ਮਾਰਿਆ, ਕਿਤੇ ਉਹ ਬੇਇੱਜ਼ਤੀ ਤਾਂ ਨਹੀਂ ਹੋਈ, ਮੈਂ ਕਿਸੇ ਦੀ ਬੇਇੱਜ਼ਤੀ ਤਾਂ ਨਹੀਂ ਕੀਤੀ। ਜੇ ਅਸੀਂ ਰੋਜ਼ ਆਪਣੀ ਸਵੈ ਪੜਚੋਲ ਕਰਨ ਲੱਗ ਜਾਈਏ ਨਾ, ਬਹੁਤ ਸਾਰੀਆਂ ਬੁਰਾਈਆਂ ਆਪਣੇ ਆਪ ਹੀ ਹਟ ਜਾਣ। ਗੁਰਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਆਪਣੇ ਦਿਲ ਦੀ ਖੋਜ ਕਰਿਆ ਕਰ, ਸਵੈ ਪੜਚੋਲ ਕਰਿਆ ਕਰ, ਆਤਮ ਨੂੰ ਚੀਨਿਆ ਕਰ ਆਪਣੇ ਆਪ ਨੂੰ। ਜਿੰਨਾ ਚਿਰ ਆਪਣੇ ਆਪ ਨੂੰ ਚੀਨਾਂਗੇ ਨਹੀਂ, ਅਸੀਂ ਵਿਚਾਰਾਂਗੇ ਨਹੀਂ। ਗੁਰਬਾਣੀ ਕਹਿੰਦੀ ਕਹੋ ਨਾਨਕ ਬਿਨ ਆਪਾਂ ਚੀਨੇ ਮਿਟੇ ਨਾ ਭਰਮ ਕੀ ਕਾਈ। ਇਸ ਕਰਕੇ ਜੇ ਆਪਾਂ ਭਰਮਾਂ ਤੋਂ ਦੁੱਖਾਂ ਤੋਂ ਮੁਕਤ ਹੋਣਾ ਤੇ ਉਹਦੇ ਲਈ ਹੈ ਸਵੈ ਪੜਚੋਲ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਆਪਣਾ ਆਪ ਜਾਣਨ ਦੀ ਪ੍ਰੇਰਣਾ ਕਰਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂਕਿ ਦੁਨੀਆ ਸਾਨੂੰ ਦਿਸਦੀ ਹੈ, ਦੁਨੀਆ ਦੇ ਪਦਾਰਥ ਸਾਨੂੰ ਦਿਸਦੇ ਨੇ, ਸਾਡਾ ਮਨ ਦੁਨੀਆ ਦਿਸਦੀਆਂ ਚੀਜ਼ਾਂ ਵੱਲ ਹੀ ਜਾਂਦਾ ਹੈ। ਹਾਲਾਂਕਿ ਜੋ ਕੁਝ ਦਿਸਦਾ ਹੈ ਉਹ ਮਿਥਿਆ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥਿਆ। ਜੋ ਕੁਝ ਦਿਸਦਾ ਹੈ ਉਹ ਮਿਥਿਆ ਹੈ, ਜੋ ਸੱਚ ਹੈ ਉਹ ਸਾਨੂੰ ਦਿਸਦਾ ਨਹੀਂ ਹੈ। ਕਾਰਨ ਇਹ ਹੈ ਕਿ ਅਸੀਂ ਇਹਨਾਂ ਅੱਖਾਂ ਨਾਲ ਦੇਖਦੇ ਹਾਂ, ਉਹ ਦੇਖਣ ਲਈ ਅੱਖਾਂ ਕੁਝ ਹੋਰ ਨੇ, ਉਹ ਅੱਖਾਂ ਨੇ ਸੁਰਤ ਦੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੋਜ਼ ਪੜਚੋਲ ਕਰਿਆ ਕਰੋ। ਪੰਡਤ ਜੀ ਨੇ ਆਪਣੇ ਅੰਦਰ ਝਾਤ ਮਾਰੀ, ਦੇਖਿਆ ਅੰਦਰੋਂ ਇਹ ਜਾਗ ਪਿਆ ਉਸ ਵੇਲੇ। ਦੇਖ ਅਵਸਥਾ ਗੁਰੂ ਸਰਾਇਓ, ਪੰਡਤ ਬੈ ਧਨ ਦੁਖ ਲਾਇਓ। ਸਤਿਗੁਰੂ ਜੀ ਨੇ ਦੇਖਿਆ, ਦੇਖੋ ਮੱਥੇ ਤੋਂ ਹੀ ਬੰਦੇ ਤੋਂ ਪਹਿਚਾਣਿਆ ਜਾਂਦਾ ਹੈ। ਹੰਕਾਰੀ ਬੰਦਾ ਉਹਦੇ ਬੋਲਾਂ ਤੋਂ, ਬੈਠਣ ਉੱਠਣ ਤੋਂ, ਉਹਦੀ ਜਿਹੜੀ ਬਾਡੀ ਲੈਂਗੁਏਜ ਹੁੰਦੀ ਹੈ ਉਹਦੇ ਤੋਂ ਪਤਾ ਲੱਗ ਜਾਂਦਾ ਕਿ ਬੰਦਾ ਕਿਹੋ ਜਿਹਾ ਹੈ, ਮੱਥੇ ਤੋਂ ਪਛਾਣਿਆ ਜਾਂਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੈਸੇ ਵੀ ਵਾਹਿਗੁਰੂ ਦਾ ਰੂਪ ਨੇ, ਐਵੇਂ ਕਹਿ ਲਓ ਕਿ ਰੱਬੀ ਜੋਤ ਦੇ ਮਾਲਕ ਨੇ। ਉਹਨਾਂ ਨੇ ਪੰਡਤ ਜੀ ਦੇ ਹਾਵ ਭਾਵ ਨੂੰ, ਉਹਨਾਂ ਦੇ ਇਸ ਅਵਸਥਾ ਨੂੰ ਜਾਣ ਲਿਆ ਤੇ ਸਤਿਗੁਰੂ ਜੀ ਨੇ ਵਡਿਆਈ ਕੀਤੀ, ਸਲਾਹਿਆ ਕਿ ਪੰਡਤ ਜੀ ਤੁਸੀਂ ਭਾਗਾਂ ਵਾਲੇ ਹੋ, ਆਪਣੇ ਆਪ ਨੂੰ ਜਾਣਨ ਲੱਗ ਪਏ ਹੋ। ਤਬ ਬੇਨੀ ਮਨ ਆਨੰਦ ਪਾਵਾ, ਸਤਿਗੁਰ ਸੁਜਸ ਅਨਕ ਬਿਦ ਗਾਵਾ। ਪੰਡਤ ਜੀ ਬੜੇ ਪ੍ਰਸੰਨ ਹੋ ਗਏ, ਗੁਰੂ ਸਾਹਿਬ ਜੀ ਦੀ ਰਹਿਮਤ ਹੋ ਗਈ। ਦੇਖੋ ਦੁੱਖ ਕਿੱਥੋਂ ਸ਼ੁਰੂ ਹੁੰਦਾ, ਜਦੋਂ ਕਿਤੇ ਚਰਚਾ ਹੁੰਦੀ ਹੈ ਨਾ। ਹੁਣ ਆਪਣੇ 'ਚ ਵੀ ਚਰਚਾ ਕਰਦੇ, ਸਾਡੀ ਚਰਚਾ ਕਿੱਥੇ ਜਾ ਕੇ ਮੁੱਕਦੀ, ਲੜਾਈ ਤੇ ਖਤਮ ਹੋ ਜਾਂਦੀ, ਮੁੜ ਕੇ ਬੋਲਣਾ ਹੀ ਬੰਦ ਹੋ ਜਾਂਦਾ। ਚਰਚਾ ਤਾਂ ਹੋਣੀ ਚਾਹੀਦੀ ਹੈ। ਸਤਿਗੁਰਾਂ ਨੇ ਵੀ ਚਰਚਾ ਕੀਤੀ ਹੈ, ਗੋਸ਼ਟਾਂ ਕੀਤੀਆਂ ਨੇ, ਪਰ ਸਤਿਗੁਰੂ ਜੀ ਦੀ ਚਰਚਾ ਤੁਸੀਂ ਕਿਤੇ ਵੀ ਪੜੋਗੇ ਨਾ ਇਤਿਹਾਸ ਵਿੱਚ, ਬੜੀ ਸੁਖਦਾਈ ਮਾਹੌਲ ਵਿੱਚ ਮੁੱਕਦੀ ਰਹੀ। ਜਿੱਥੇ ਵੀ ਸਤਿਗੁਰੂ ਜੀ ਨੇ ਚਰਚਾ ਕੀਤੀ ਉਹ ਕਿਤੇ ਨਾ ਕਿਤੇ ਸੁਖਦਾਈ ਮਾਹੌਲ 'ਚ ਖਤਮ ਹੁੰਦੀ ਰਹੀ। ਲੇਕਿਨ ਅਸੀਂ ਅੱਜ ਚਰਚਾ ਕਰਦੇ ਹਾਂ, ਪਹਿਲੀ ਗੱਲ ਕਿ ਚਰਚਾ ਦੀ ਤੇ ਗੱਲ ਹੀ ਖਤਮ ਹੋ ਗਈ ਹੈ। ਆਪਾਂ ਤੇ ਇੱਕ ਕੰਡੀਸ਼ਨ ਲਾਉਣੀ ਸ਼ੁਰੂ ਕਰਤੇ ਜੀ, ਤੁਸੀਂ ਕੋਈ ਗੱਲ ਨਹੀਂ ਕਰ ਸਕਦੇ, ਤੁਸੀਂ ਤੇ ਨਾਸਤਕ ਹੋ ਜੀ, ਤੁਸੀਂ ਐਵੇਂ ਹੀ ਗੱਲਾਂ ਕਰਦੇ ਰਹਿੰਦੇ। ਇਹੀ ਹੈ ਨਾ। ਤੇ ਦੁਨੀਆ ਫਿਰ ਹੁਣ ਗੱਲਾਂ ਕਰਦੀ ਨਹੀਂ ਹੈ, ਜੋ ਕੋਈ ਨੂੰ ਚੰਗਾ ਲੱਗਦਾ ਸੁਣ ਲਈ, ਨਹੀਂ ਚੰਗਾ ਲੱਗਦਾ ਤਾਂ ਵੀ ਉੱਠ ਕੇ ਚਲੇ ਜਾਂਦੇ ਨੇ। ਗੁਰੂ ਘਰ 'ਚ ਆਪਾਂ ਕੁਝ ਸਮਝਣ ਲਈ ਆਉਣੇ, ਕੁਝ ਜਾਣਨ ਲਈ ਆਉਣੇ, ਜਿਗਿਆਸੂ ਬਣਨੇ। ਜਿਗਿਆਸੂ ਦਾ ਅਰਥ ਹੁੰਦਾ ਜਿਹਦੇ ਅੰਦਰ ਜਾਣਨ ਦੀ ਇੱਛਾ ਹੋਏ, ਆਸਾ ਹੋਵੇ। ਇਸ ਕਰਕੇ ਗੁਰਦੁਆਰੇ ਸਿਰਫ ਇਸ ਲਈ ਨਹੀਂ ਆਉਣਾ ਕਿ ਜੋ ਕੁਝ ਸੁਣਾਇਆ ਜਾ ਰਿਹਾ ਹੈ ਉਹੀ ਸੁਣ ਕੇ ਆਪਾਂ ਚਲੇ ਜਾਣਾ। ਜ਼ਰੂਰੀ ਨਹੀਂ ਜੋ ਕੁਝ ਸੁਣਾਇਆ ਜਾ ਰਿਹਾ ਉਹ ਠੀਕ ਹੋਏਗਾ। ਮੇਰੇ ਵਰਗੇ ਬੜੇ ਇਹੋ ਜਿਹੇ ਨੇ, ਉਹ ਹੋ ਸਕਦਾ ਗੁਰਮਤਿ ਤੋਂ ਲਾਂਬੇ ਦੀ ਵੀ ਗੱਲ ਸੁਣਾ ਦੇਣ। ਮੈਨੂੰ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੀ ਜ਼ਿੰਦਗੀ ਦੀ ਇੱਕ ਘਟਨਾ ਚੇਤੇ ਆ ਗਈ। ਉਹ ਆਪਣੇ ਜਦੋਂ ਪੜ੍ਹਾਇਆ ਕਰਦੇ ਸਨ, ਕਹਿੰਦੇ ਅਸੀਂ ਨੇੜੇ ਗੁਰੂ ਘਰ ਜਾਣਾ। ਗੁਰਦੁਆਰੇ ਇੱਕ ਦਿਨ ਪ੍ਰਚਾਰਕ ਆ ਗਏ, ਉਹਨਾਂ ਨੂੰ ਟਾਈਮ ਦਿੱਤਾ, ਪੌਣਾ ਘੰਟਾ ਉਹਨਾਂ ਨੇ ਕੋਈ ਲੈਕਚਰ ਦਿੱਤਾ, ਪਰ ਕਹਿੰਦੇ ਮੈਨੂੰ ਤੇ ਸਮਝ ਕੁਝ ਨਾ ਆਇਆ। ਸੈਕਟਰੀ ਸਾਹਿਬ ਨੇ ਅਨਾਉਂਸ ਕਰਤਾ ਜੀ ਇਹ ਹੋਰ 4 ਕੁ ਦਿਨ ਤੁਹਾਨੂੰ ਕਥਾ ਵਿਚਾਰ ਸਰਵਣ ਕਰਾਉਣਗੇ। ਤੇ ਇਕੱਠੇ ਜਾਂਦਿਆਂ ਪ੍ਰਿੰਸੀਪਲ ਸਾਹਿਬ ਕਹਿਣਗੇ ਸੈਕਟਰੀ ਸਾਹਿਬ ਅੱਜ ਜਿਹੜੇ ਭਾਈ ਸਾਹਿਬ ਜੀ ਬੋਲ ਰਹੇ ਤੁਹਾਨੂੰ ਕੋਈ ਪਤਾ ਲੱਗਾ ਕੀ ਬੋਲਦੇ? ਸੈਕਟਰੀ ਸਾਹਿਬ ਕਹਿੰਦੇ ਮੈਨੂੰ ਤੇ ਕੋਈ ਸਮਝ ਨਹੀਂ ਪਈ। ਕਹਿੰਦੇ ਫਿਰ ਤੁਸੀਂ 4 ਦਿਨ ਦਾ ਟਾਈਮ ਦੇਤਾ। ਕਹਿੰਦੇ ਮੈਂ ਦੇਖਿਆ ਕਿ ਬੀਬੀਆਂ ਸਿਰ ਬੜਾ ਮਾਰਦੀਆਂ ਸੀ, ਮੈਂ ਕਿਹਾ ਚੰਗਾ ਹੀ ਹੋਣਾ। ਸੈਕਟਰੀ ਸਾਹਿਬ ਵੀ ਉਹੋ ਜਿਹੇ ਨੇ ਜਿਹੜੇ ਸਿਰ ਮਾਰਦੀਆਂ ਤੋਂ ਅੰਦਾਜ਼ਾ ਲਾ ਲੈਂਦੇ ਨੇ। ਪ੍ਰਿੰਸੀਪਲ ਸਾਹਿਬ ਹੱਸ ਪਏ ਕਿ ਜੇ ਤੁਹਾਨੂੰ ਪਤਾ ਨਹੀਂ ਲੱਗਾ ਤੇ ਉਹਨਾਂ ਨੂੰ ਕੋਈ ਪਤਾ ਲੱਗਾ ਹੋਏਗਾ। ਮੈਨੂੰ ਪਤਾ ਨਹੀਂ ਲੱਗਾ, ਮੈਂ ਪੜ੍ਹਾਉਂਦਾ ਹਾਂ, ਪੜ੍ਹਦਾ ਹਾਂ। ਕਹਿਣ ਤੋਂ ਭਾਵ ਕਿ ਗੁਰੂ ਕੀ ਹਜ਼ੂਰੀ 'ਚ ਆਪਾਂ ਆਉਂਦੇ ਹਾਂ, ਜੋ ਕੁਝ ਸੁਣਦੇ ਹਾਂ ਉਹਦੇ ਲਈ ਚਰਚਾ ਵੀ ਕਰਨੀ ਚਾਹੀਦੀ, ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ। ਜੇ ਆਪਾਂ ਕਰਾਂਗੇ ਤੇ ਬਹੁਤ ਕੁਝ ਸਾਨੂੰ ਨਵਾਂ ਮਿਲੇਗਾ। ਸਰੋਤਿਆਂ ਦੇ ਵਿੱਚ ਬੜੇ ਬੜੇ ਸਿਆਣੇ ਸਰੋਤੇ ਹੁੰਦੇ ਨੇ, ਵਿਦਵਾਨ, ਗੁਰੂ ਪਿਆਰ ਵਾਲੇ, ਗੁਰਬਾਣੀ ਦੇ ਗਿਆਨ ਵਾਲੇ ਹੁੰਦੇ ਨੇ। ਉਹਨਾਂ ਨੂੰ ਆਪਣੀ ਗੱਲਬਾਤ ਕਰਨੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ। ਸਤਿਗੁਰੂ ਜੀ ਦੀ ਮੈਂ ਗੱਲ ਕਰ ਰਿਹਾ ਸਾਂ, ਸਤਿਗੁਰੂ ਜੀ ਦੀ ਚਰਚਾ ਹੋਈ। ਦੇਖੋ ਜ਼ਿਆਦਾਤਰ ਚਰਚਾ ਕਾਹਦੇ ਲਈ ਹੁੰਦੀ ਹੈ? ਆਪਣਾ ਗਿਆਨ ਦੂਜੇ ਦੇ ਉੱਪਰ ਲੱਦਣ ਦੇ ਲਈ, ਬਦੋ ਬਦੀ ਠੋਸਣ ਦੇ ਲਈ। ਜੇ ਨਹੀਂ ਮੰਨੇ ਤੇ ਫਿਰ ਲੜਾਈ ਤੱਕ ਗੱਲ ਪਹੁੰਚ ਜਾਂਦੀ ਹੈ।
ਸਤਿਗੁਰੂ ਜੀ ਦੀ ਚਰਚਾ ਹੋਈ, ਪੰਡਤ ਜੀ ਨੂੰ ਸਤਿਗੁਰੂ ਜੀ ਨੇ ਸੁਣਿਆ, ਆਪਣੀ ਗੱਲ ਸੁਣਾਈ ਹੈ। ਪੰਡਤ ਜੀ ਨੇ ਉਹ ਗੱਲ ਪ੍ਰਵਾਨ ਕਰ ਲਈ, ਪ੍ਰਸੰਨ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਤੇ ਰਹਿਮਤ ਕਰ ਦਿੱਤੀ ਹੈ। ਭਗਤ ਹੈ ਤੇ ਅਵਤਾਰ ਗੁਸਾਈ, ਮਹਿਮਾ ਤੁਮਰੀ ਤੁਮ ਬਨ ਆਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਪੰਡਤ ਜੀ ਨੇ। ਮਹਾਰਾਜ ਤੁਸੀਂ ਤਾਂ ਭਗਤੀ ਦਾ ਪ੍ਰਚਾਰ ਕਰਨ ਲਈ ਆਏ ਹੋ, ਤੁਸੀਂ ਆਪ ਹੀ ਸ੍ਰਿਸ਼ਟੀ ਦੇ ਮਾਲਕ ਹੋ, ਤੁਹਾਡੀ ਮਹਿਮਾ ਜਿਹੜੀ ਤੁਹਾਨੂੰ ਹੀ ਬਣ ਆਉਂਦੀ ਹੈ। ਕੇਤਕ ਦਿਨ ਸਤਿਗੁਰ ਕੇ ਪਾਸ, ਰਿਓ ਪ੍ਰੀਤ ਦਰ ਤਜ ਅਭਿਆਸ। ਕੁਝ ਦਿਨ ਸਤਿਗੁਰੂ ਜੀ ਦੇ ਕੋਲ ਰਹੇ ਨੇ। ਪੰਡਤ ਜੀ ਬੜੇ ਪਿਆਰ ਨਾਲ ਸੇਵਾ ਸਿਮਰਨ ਕਰਦੇ ਰਹੇ। ਉਸ਼ਟਰ ਭਾਰ ਜੇ ਪੁਸਤਕ ਬ੍ਰਿੰਦ, ਸਰਤਾ ਵਿਖੇ ਬਹਾਏ ਬਿਲੰਦ। ਉਹ ਜਿਹੜਾ ਊਠ ਲੱਦੇ ਹੋਏ ਸਨ ਇਹਨੇ ਗ੍ਰੰਥਾਂ ਦੇ ਨਾਲ, ਪੜ੍ਹਦੇ ਨਹੀਂ ਸਨ ਕਿਉਂਕਿ ਤੇ ਲੋਕਾਂ ਦੇ ਹੀ ਖੋਏ ਹੋਏ ਸਨ ਇਹਨਾਂ ਨੇ, ਆਪ ਕੀ ਪੜ੍ਹਨੇ। ਕਿੰਨੀ ਹੈਰਾਨੀ ਦੀ ਗੱਲ ਹੈ, ਕੋਈ ਕਿਸੇ ਕੋਲ ਪੈਸੇ ਖੋ ਰਿਹਾ ਹੈ, ਕੋਈ ਕਿਸੇ ਦੀ ਜ਼ਮੀਨ ਖੋ ਰਿਹਾ ਹੈ, ਤੇ ਵਿਦਵਾਨ ਲੋਕਾਂ ਦੇ ਗ੍ਰੰਥੀ ਖੋਈ ਜਾਂਦੇ ਨੇ। ਵੀ ਤੇ ਡਾਕਾ ਮਾਰਨ ਵਾਲੀ ਗੱਲ ਹੀ ਹੈ। ਇਸ ਕਰਕੇ ਜਿਹੜਾ ਇਹਨੇ ਏਡਾ ਵੱਡਾ ਉਹ ਭਾਰ ਗ੍ਰੰਥਾਂ ਦਾ ਚੁੱਕਿਆ ਸੀ, ਸਾਰਾ ਸੁੱਟ ਦਿੱਤਾ ਦਰਿਆ ਦੇ ਵਿੱਚ। ਸ਼ਾਂਤ ਬਾਏ ਕਰ ਸੀਤਲ ਹੋਵਾ, ਤਾਪ ਵਿਕਾਰਨ ਗੋਰ ਖੋਵਾ। ਬੜਾ ਸ਼ਾਂਤ ਹੋ ਗਏ, ਸੀਤਲ ਹੋ ਗਏ ਮਨ ਵਿੱਚ। ਉਹ ਜਿਹੜਾ ਅੰਦਰ ਇਹਨਾਂ ਦੇ ਤਾਪ ਸੀ, ਗਰਮੀ ਸੀ, ਹੰਕਾਰ ਦੀ, ਉਹ ਸਾਰੀ ਮਿਟ ਗਈ। ਵਿਦਿਆ ਵਿਓਰ ਕਹਿ ਜਿਰ ਕਾਲ, ਬੂਝ ਬੂਝ ਕਰ ਪਰਮ ਕਿਰਪਾਲ। ਕੁਝ ਰਹਿ ਕੇ ਫਿਰ ਸਤਿਗੁਰੂ ਜੀ ਪਾਸੋਂ ਆਗਿਆ ਲਈ ਤੇ ਚੱਲ ਪਏ ਨੇ ਹੋਰ ਪਾਸੇ। ਸਿੱਖ ਉਤੇ ਦੋਏ ਫਿਰਿਆ ਕਟਾਰਾ, ਸੇਵਤ ਰਹੇ ਬਹੁਤ ਗੁਰਦੁਆਰਾ। ਭਾਈ ਸਾਹਿਬ ਜੀ ਕਹਿੰਦੇ ਦੋ ਸਿੱਖ ਸਨ, ਇੱਕ ਭਾਈ ਫਿਰਿਆ ਜੀ, ਇੱਕ ਭਾਈ ਕਟਾਰਾ ਜੀ, ਜਿਹੜੇ ਗੁਰੂ ਘਰ ਚ ਸੇਵਾ ਕਰਿਆ ਕਰਦੇ ਸਨ। ਇੱਕ ਦਿਨ ਤਿੰਨ ਕੋ ਦੇਖ ਗੁਸਾਈ, ਭਏ ਪ੍ਰਸੰਨ ਬਖਸ਼ ਬੇਤਾਈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਉਹਨਾਂ ਨੂੰ ਦੇਖਿਆ ਤੇ ਸਤਿਗੁਰੂ ਜੀ ਉਹਨਾਂ ਤੇ ਪ੍ਰਸੰਨ ਹੋ ਗਏ। ਨਿਕਟ ਬੁਲਾਏ ਬੂਝਨ ਠਾਨੇ, ਜਹਾਂ ਤੁਮਾਰੇ ਰਹਿਣ ਠਿਕਾਨੇ। ਸਤਿਗੁਰੂ ਜੀ ਨੇ ਕੋਲ ਬੁਲਾ ਕੇ ਪੁੱਛਿਆ, ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ, ਤੁਹਾਡਾ ਘਰ ਪਰਿਵਾਰ ਕਿੱਥੇ ਹੈ? ਕਹੋ ਦੇਸ਼ ਕੇ ਤੇ ਤੋ ਉਪਦੇਸ਼, ਹਿਤ ਪਰਲੋਕ ਕੇ ਕਿਰਤ ਕਹਾਏ ਸੋ। ਤੁਸੀਂ ਕੋਈ ਪਰਲੋਕ ਨੂੰ ਸਵਾਰਨ ਲਈ ਵੀ ਕਿਰਤ ਕਰਦੇ ਹੋ, ਠੀਕ ਹੈ, ਇੱਥੇ ਸੇਵਾ ਕਰਦੇ ਹੋ ਭਾਈ, ਕਦੀ ਹੋਰਨਾਂ ਨੂੰ ਵੀ ਕੋਈ ਰੱਬ ਦੀ ਗੱਲ ਸੁਣਾਉਂਦੇ ਹੋ, ਉਪਦੇਸ਼ ਦਿੰਦੇ ਹੋ ਤੁਸੀਂ। ਜੋ ਹੋ ਵੈਸੋ ਹਟਾਵੋ, ਸਤ ਨਾਮ ਸਿੱਖੀ ਪ੍ਰਗਟਾਵੋ। ਗੁਰਮਤ ਦਾ ਮਾਰਗ ਵੰਡ ਕੇ ਛਕਣ ਦਾ ਮਾਰਗ ਹੈ। ਵੰਡ ਕੇ ਛਕਣ ਦਾ ਅਰਥ ਇਹ ਨਹੀਂ ਕਿ ਪ੍ਰਸ਼ਾਦੇ ਕੇਵਲ ਛਕਾਉਣੇ ਨੇ ਕਿਸੇ ਨੂੰ, ਜਾਂ ਆਪਾਂ ਕੋਈ ਪੈਸਾ ਜਾਂ ਕੱਪੜਾ ਹੀ ਦੇਣਾ। ਵੰਡ ਕੇ ਛਕਣ ਦਾ ਅਰਥ ਇਹ ਹੈ ਕਿ ਆਪ ਜ਼ਿੰਦਗੀ ਅੰਦਰ ਮਿਹਨਤ ਕਰਕੇ, ਉੱਚੇ ਉੱਠ ਕੇ, ਗਿਆਨ ਕਰਕੇ, ਰੁਤਬੇ ਕਰਕੇ ਜਾਂ ਬਲ ਕਰਕੇ, ਜਿਸ ਵੀ ਪੱਖ ਤੋਂ ਅਸੀਂ ਉੱਚੇ ਹਾਂ, ਉਹਦੇ ਰਾਹੀਂ ਦੂਜਿਆਂ ਨੂੰ ਵੀ ਇੰਪਰੂਵ ਕਰਨ ਦਾ ਯਤਨ ਕਰਨਾ, ਉਹਦੇ ਰਾਹੀਂ ਦੂਜਿਆਂ ਦੀ ਵੀ ਮਦਦ ਕਰਨੀ। ਜੇ ਗਿਆਨ ਹੈ ਤੇ ਗਿਆਨ ਲੋਕਾਂ ਦੇ ਵਿੱਚ, ਗਿਆਨ ਦੇ ਰਾਹੀਂ ਲੋਕਾਂ ਦੇ ਭਰਮ ਕੱਟਣੇ, ਉਹਨਾਂ ਨੂੰ ਚਾਨਣ ਦੇਣਾ। ਜੇ ਕੋਈ ਨਾਮ ਨਾਲ ਜੁੜਿਆ ਹੈ ਤੇ ਨਾਮ ਦੀ ਗੱਲ ਲੋਕਾਂ ਨੂੰ ਸੁਣਾਉਣੀ। ਜੇ ਗੁਰਬਾਣੀ ਦਾ ਗਿਆਨ ਹੈ, ਕਿਸੇ ਨੂੰ ਗੁਰਬਾਣੀ ਸਮਝਾਓ। ਜੇ ਅਸੀਂ ਜ਼ਿੰਦਗੀ ਅੰਦਰ ਕਿਸੇ ਇੱਕ ਵਿਅਕਤੀ ਵੀ ਭੁੱਲੇ ਭਟਕੇ ਨੂੰ ਰੱਬ ਵਾਲੇ ਬੰਨੇ ਲਗਾਤਾ, ਜ਼ਿੰਦਗੀ ਦੇ ਮਾਰਗ ਤੇ ਪਾਤਾ, ਦਰਅਸਲ ਇਹ ਸਭ ਤੋਂ ਵੱਡੀ ਸੇਵਾ ਹੈ ਮਨੁੱਖਤਾ ਦੀ। ਬਾਕੀ ਵੀ ਸੇਵਾ ਹੈ, ਜਿਹਨੂੰ ਰੱਬ ਨੇ ਧਨ ਦਿੱਤਾ, ਧਨ ਦੇ ਰਾਹੀਂ ਸੇਵਾ ਕਰੇ, ਲੇਕਿਨ ਕਿਸੇ ਭੁੱਲੇ ਭਟਕੇ ਨੂੰ ਜ਼ਿੰਦਗੀ ਦੇ ਵਿੱਚ ਸੱਚ ਮਾਰਗ ਤੇ ਪਾ ਦੇਣਾ, ਇਹ ਬਹੁਤ ਵੱਡਾ ਪਰ ਉਪਕਾਰ ਹੈ। ਤੇ ਸਤਿਗੁਰੂ ਜੀ ਨੇ ਕਿਹਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਗੁਰਬਾਣੀ ਕਹਿੰਦੀ ਆਪ ਜਪੋ ਅਵਰਹਿ ਨਾਮ ਜਪਾਓ। ਆਪ ਵੀ ਜਪੋ, ਹੋਰਨਾਂ ਨੂੰ ਵੀ ਪ੍ਰੇਰਨਾ ਕਰੋ। ਸਤਿਗੁਰੂ ਜੀ ਕਹਿੰਦੇ ਭਈ ਹੋਰ ਵੀ ਕਿਸੇ ਨੂੰ ਕਦੀ ਤੁਸੀਂ ਉਪਦੇਸ਼ ਦਿੱਤਾ, ਰੱਬ ਵਾਲੇ ਬੰਨੇ ਲਗਾਇਆ ਕਿ ਨਹੀਂ? ਬੋਲੇ ਦੋਨੋਂ ਦੁਇ ਕਰ ਜੋਰ, ਸ਼੍ਰੀ ਗੁਰੂ ਜੀ ਹਮ ਮੈਂ ਕਿਆ ਜੋਰ। ਦੋਵੇਂ ਹੱਥ ਜੋੜ ਕੇ ਕਹਿਣਗੇ, ਪਾਤਸ਼ਾਹ ਜੀ ਸਾਡੀ ਕੋਈ ਇੰਨੀ ਸਮਰੱਥਾ ਕਿੱਥੇ ਹੈ ਕਿ ਅਸੀਂ ਕਿਸੇ ਨੂੰ ਨਾਮ ਦੀ ਗੱਲ ਸੁਣਾ ਸਕੀਏ। ਜੋਗੀ ਕਨ ਬਾਟੈ ਉਪਦੇਸ਼ੈ, ਜੰਤਰ ਮੰਤਰ ਜਿਨ ਸ਼ਕਤ ਵਿਸ਼ੇਸ਼ੈ। ਦੇਖੋ ਸਾਡੇ ਅੰਦਰ ਕਿੰਨਾ ਇੱਕ ਭਰਮ ਬਣ ਚੁੱਕਾ ਹੈ ਕਿ ਉਪਦੇਸ਼ ਕਰਨ ਵਾਲਾ ਕੋਈ ਖਾਸ ਭੇਖ ਵਾਲਾ ਹੀ ਹੋਣਾ ਚਾਹੀਦਾ। ਇਹੀ ਹੈ ਨਾ, ਕਹਿਣ ਲੱਗੇ ਮਹਾਰਾਜ ਵੱਡੇ ਵੱਡੇ ਜੋਗੀ ਉਪਦੇਸ਼ ਕਰਦੇ ਨੇ, ਸਾਧੂ ਉਪਦੇਸ਼ ਕਰਦੇ ਨੇ, ਜਿਨ੍ਹਾਂ ਨੇ ਕੰਨਾਂ 'ਚ ਮੁੰਦਰਾਂ ਪਾਈਆਂ, ਜੜਾਵਾਂ ਵਧਾਈਆਂ, ਉਹ ਉਪਦੇਸ਼ ਕਰਦੇ, ਅਸੀਂ ਕੀ ਕਰ ਸਕਦੇ ਹਾਂ? ਕਹਿਣ ਤੋਂ ਭਾਵ ਕਿ ਸਮਾਜ ਦੇ ਅੰਦਰ ਸਾਡੀ ਇੱਕ ਭਾਵਨਾ ਬਣ ਚੁੱਕੀ ਹੈ ਕਿ ਉਪਦੇਸ਼ ਕਰਨ ਦਾ ਅਧਿਕਾਰ ਤੇ ਇੱਕੋ ਹੀ ਬੰਦੇ ਨੂੰ ਹੈ ਸ਼ਾਇਦ, ਜਾਂ ਧਰਮ ਦੀ ਗੱਲ ਜਿਹੜੇ ਕੋਈ ਖਾਸ ਲਿਬਾਸ ਵਾਲੇ ਹੀ ਕਰ ਸਕਦੇ ਨੇ। ਇਹੀ ਤੇ ਭਰਮ ਸਤਿਗੁਰੂ ਜੀ ਨੇ ਕੱਟੇ ਨੇ। ਕਿਤੇ ਸਾਨੂੰ ਭੇਖ ਦੀ ਪੂਜਾ ਸਤਿਗੁਰੂ ਜੀ ਨੇ ਕਹੀ ਨਹੀਂ ਹੈ। ਜੇ ਗਿਆਨ ਤੁਹਾਡੇ ਕੋਲ ਹੈ, ਗੁਰੂ ਕਾ ਹਰ ਸਿੱਖ ਪ੍ਰਚਾਰਕ ਹੈ, ਹਰ ਸਿੱਖ ਪ੍ਰਚਾਰਕ ਹੈ। ਅਸੀਂ ਕਿਤੇ ਕਿਰਤ ਕਰਦੇ, ਦੁਕਾਨ ਕਰਦੇ ਹਾਂ,
ਦੁਕਾਨ ਤੇ ਸਾਡਾ ਵਿਹਾਰ ਵਧੀਆ ਹੋਏ, ਆਏ ਗਏ ਨੂੰ ਅਸੀਂ ਚੰਗੇ ਬਚਨ ਬੋਲੀਏ, ਉਹਨੂੰ ਆਪਾਂ ਚੰਗੀ ਪ੍ਰੇਰਣਾ ਦਈਏ। ਬਹੁਤ ਸਾਰੇ ਲੋਕਾਂ ਨੂੰ ਅਸੀਂ ਸਿੱਖੀ ਨਾਲ ਜੋੜ ਸਕਦੇ, ਕਿਸੇ ਅਸੀਂ ਨੌਕਰੀ ਕਰਦੇ ਹਾਂ, ਕਿਤੇ ਬਿਜ਼ਨਸ ਕਰਦੇ ਹਾਂ, ਜਿੱਥੇ ਵੀ ਵਿਚਰਦੇ ਹਾਂ, ਔਰ ਰਸਤੇ 'ਚ ਜਾਂਦਿਆਂ ਵੀ ਕਈ ਵਾਰਾਂ ਅਸੀਂ ਲੋਕਾਂ ਨੂੰ ਚੰਗੀ ਗੱਲ ਦੇ ਸਕਦੇ ਹਾਂ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਅਧਿਕਾਰ ਦਿੱਤਾ ਹੈ। ਇਹ ਸਾਡੀ ਜਿਹੜੀ ਦਸਤਾਰ ਹੈ ਨਾ, ਇਹਦੀ ਬੜੀ ਵਡਿਆਈ ਹੈ। ਗੁਰਦੁਆਰੇ ਦੇ ਬਾਹਰ ਨਿਸ਼ਾਨ ਸਾਹਿਬ ਝੂਲਦਾ ਹੁੰਦਾ ਹੈ, ਗੁਰਦੁਆਰੇ ਦਾ ਪ੍ਰਤੀਕ ਹੁੰਦਾ ਹੈ। ਹਰ ਸਿੱਖ ਦੀ ਦਸਤਾਰ ਜਿਹੜੀ ਹੈ ਗੁਰੂ ਦਾ ਨਿਸ਼ਾਨ ਸਾਹਿਬ ਹੀ ਹੈ। ਹਰ ਸਿੱਖ ਹੀ ਚੱਲਦਾ ਫਿਰਦਾ ਹੈ ਕਿ ਗੁਰਦੁਆਰਾ ਹੀ ਹੈ, ਉਹਨੇ ਗਿਆਨ ਵੰਡਣਾ ਹੈ ਲੋਕਾਂ ਨੂੰ। ਇਸ ਕਰਕੇ ਇਹ ਕਹਿਣ ਲੱਗੇ ਮਹਾਰਾਜ ਅਸੀਂ ਉਪਦੇਸ਼ ਕੀ ਦੇਣਾ, ਜੋਗੀ ਦਿੰਦੇ ਨੇ, ਸਾਧੂ ਦਿੰਦੇ ਨੇ, ਹੋਰ ਭਗਵੇ ਕੱਪੜਿਆਂ ਵਾਲੇ ਦਿੰਦੇ, ਅਸੀਂ ਉਪਦੇਸ਼ ਕੀ ਦੇ ਸਕਦੇ ਹਾਂ। ਗੋਰਖ ਗੋਰਖ ਜਾਪ ਜਪੈ ਹੈ, ਪੂਜਤ ਨਿਤ ਜੋਗੀ ਨ ਸਬੈ ਹੈ। ਮਹਾਰਾਜ ਉਹਨਾਂ ਕੋ ਬੜੇ ਮੰਤਰ ਤੰਤਰ ਹੁੰਦੇ ਨੇ, ਉਹ ਉਪਦੇਸ਼ ਕਰਦੇ ਨੇ। ਕੋਈ ਗੋਰਖ ਦਾ ਜਾਪ ਜਪਦਾ ਹੈ, ਕੋਈ ਹੋਰ ਪੂਜਾ ਕਰਦਾ ਹੈ। ਦੇਵੀ ਦੇਵ ਦੇਹੁਰਾ ਥਾਨ, ਨੈ ਮਾਨੇ ਕੇ ਨਰ ਅਗਿਆਨ। ਕੋਈ ਮਹਾਰਾਜ ਦੇਵੀਆਂ ਨੂੰ ਪੂਜਦਾ ਹੈ, ਕੋਈ ਸਾਧੂਆਂ ਨੂੰ ਪੂਜਦਾ ਹੈ, ਕੋਈ ਮੰਤਰਾਂ ਵਾਲਿਆਂ ਦੇ ਮਗਰ ਜਾਂਦਾ ਹੈ। ਦੁਨੀਆ ਸਾਡੀ ਕੋਈ ਗੱਲ ਸੁਣੇਗੀ? ਕੋਈ ਦੁਨੀਆ ਗੱਲ ਸੁਣਨ ਲਈ ਤਿਆਰ ਨਹੀਂ ਹੈ। ਤਪ ਜਪ ਤੀਰਥ ਕੋਏ ਨ ਜਾਣੈ, ਕਿਉ ਪਰਮੇਸ਼ਵਰ ਨੇ ਠਾਨੈ। ਇਹ ਸਾਡੇ ਅੰਦਰ ਇੱਕ ਕਹਿ ਲੋ ਕਿ ਕਮਜ਼ੋਰੀ ਹੈ ਕਿ ਅਸੀਂ ਸੋਚਦੇ ਕਿ ਇਹ ਕਬਰਾਂ ਤੇ ਜਾਣ ਵਾਲੇ ਸਾਡੀ ਗੱਲ ਨਹੀਂ ਸੁਣਨਗੇ, ਜਾਂ ਜੋਗੀਆਂ ਦੇ ਪੁਜਾਰੀ ਸਾਡੀ ਗੱਲ ਨਹੀਂ ਸੁਣਨਗੇ। ਇਹ ਗੱਲ ਚੇਤੇ ਰੱਖਣਾ, ਜਿਹੜੇ ਉਹਨਾਂ ਥਾਵਾਂ ਤੇ ਜਾਂਦੇ ਉਹ ਸਾਰੇ ਕੁਝ ਸੰਤੁਸ਼ਟ ਨਹੀਂ ਹੈ, ਜਾਂ ਉਹ ਸਾਰੇ ਕੋ ਉੱਥੇ ਜਾ ਕੇ ਸੁਖੀ ਨਹੀਂ ਹੈ। ਉਹਨਾਂ ਨੂੰ ਜੇ ਕਿਤੇ ਗਿਆਨ ਦੀ ਗੱਲ ਮਿਲੇ, ਗੁਰੂ ਨਾਨਕ ਸਾਹਿਬ ਜੀ ਨੇ ਹਰਿਦੁਆਰ ਜਾ ਕੇ ਗਿਆਨ ਵੰਡ ਦਿੱਤਾ, ਮੱਕੇ ਜਾ ਕੇ ਗਿਆਨ ਵੰਡ ਦਿੱਤਾ। ਜਿੱਥੇ ਸਤਿਗੁਰੂ ਜੀ ਗਏ, ਸਿੱਧਾ ਜੋਗੀਆਂ 'ਚ ਵੀ ਜਾ ਕੇ ਸਤਿਗੁਰੂ ਜੀ ਨੇ ਗਿਆਨ ਦੇ ਦਿੱਤਾ, ਔਰ ਕਈ ਸਿੱਧ ਸਤਿਗੁਰੂ ਜੀ ਦੇ ਸ਼ਰਧਾਲੂ ਬਣ ਗਏ। ਇਸ ਕਰਕੇ ਸਾਡੇ ਅੰਦਰ ਇੱਕ ਕਿਵੇਂ ਕਹਿ ਲਓ ਕਿ ਮਨੋਬਲ ਹੋਣਾ ਚਾਹੀਦਾ ਹੈ, ਸਾਡੇ ਅੰਦਰ ਇੱਕ ਭਰੋਸਾ ਹੋਣਾ ਚਾਹੀਦਾ ਹੈ। ਗੁਰੂ ਦੀ ਗੱਲ ਜਿੱਥੇ ਵੀ ਕਰਾਂਗੇ, ਜ਼ਿਆਦਾ ਨਹੀਂ ਸੁਣਗੇ, ਕੋਈ ਤਾਂ ਜ਼ਰੂਰ ਸੁਣੇਗਾ ਨਾ। ਕਹਿਣ ਲੱਗੇ ਮਹਾਰਾਜ ਉਹਨਾਂ ਕੋ ਮੰਤਰ ਤੰਤਰ ਹੁੰਦੇ ਨੇ, ਦੁਨੀਆ ਉਹਨਾਂ ਵਾਲੀ ਜਾਂਦੀ, ਸਾਡੀ ਗੱਲ ਕਿਸ ਨੇ ਸੁਣਨੀ ਹੈ। ਭਾਉ ਭਗਤ ਕੋ ਨਾਮ ਨ ਲੈ, ਅਰਥੀ ਮੂੜ ਨਹੀਂ ਸਮਝੇ। ਕੋਈ ਮਹਾਰਾਜ ਭਾਉ ਭਗਤੀ ਦੀ ਗੱਲ ਕਰਨ ਲਈ ਤਿਆਰ ਨਹੀਂ ਹੈ। ਔਰ ਇਹ ਸਾਰੇ ਲੋਕ ਅਰਥੀ ਦਾ ਅਰਥ ਕਿ ਆਪੋ ਆਪਣੀਆਂ ਲੋੜਾਂ ਨਾਲ ਹੀ ਜੁੜੇ ਹੋਏ ਨੇ। ਜਿੱਥੇ ਜੁੜੇ ਨੇ, ਕਬਰਾਂ ਤੇ ਜਾਣ ਵਾਲਾ ਕਹਿੰਦਾ ਮੇਰੀ ਲੋੜ ਇੱਥੋਂ ਪੂਰੀ ਹੁੰਦੀ ਹੈ। ਸਾਧੂਆਂ ਕੋਲ, ਕੰਨ ਪਾਟਿਆਂ ਕੋਲ, ਜੋਗੀਆਂ ਕੋਲ, ਹੋਰ ਜਿੱਥੇ ਵੀ ਜਾਂਦਾ ਹੈ, ਉਹ ਕਹਿੰਦੇ ਸਾਡੀ ਲੋੜ ਇੱਥੇ ਪੂਰੀ ਹੁੰਦੀ ਹੈ। ਸਭ ਆਪੋ ਆਪਣੀਆਂ ਲੋੜਾਂ ਨੂੰ ਉੱਥੇ ਜੁੜੇ ਹੋਏ ਨੇ, ਸਾਡੀ ਗੱਲ ਕਿਸ ਨੇ ਸੁਣਨੀ ਹੈ ਜੀ। ਗੁਰੂ ਕਿਰਪਾ ਬਿਨ ਸੁਧਰੈ ਨਾਹੀ, ਫਸੇ ਜੋ ਜੰਤਰ ਮੰਤਰ ਕੇ ਮਾਹੀ। ਕਿ ਮਹਾਰਾਜ ਤੁਹਾਡੇ 'ਚ ਇਹ ਤਾਕਤ ਹੈ, ਤੁਹਾਡੀ ਕਿਰਪਾ ਤੋਂ ਬਿਨਾਂ ਇਹ ਲੋਕ ਜਿਹੜੇ ਜੰਤਰਾਂ ਮੰਤਰਾਂ ਦੇ ਪੁਜਾਰੀ ਨੇ ਨਹੀਂ ਸਮਝ ਸਕਦੇ। ਸੁਨ ਸ਼੍ਰੀ ਸਤਿਗੁਰ ਦਈ ਨਿਦੇਸ਼, ਤੁਮ ਗਮਨੋ ਅਬ ਤਿਸ ਹੀ ਦੇਸ਼। ਸਤਿਗੁਰੂ ਜੀ ਕਹਿੰਦੇ ਭਾਈ ਜਾਓ ਆਪਣੇ ਇਲਾਕੇ 'ਚ, ਜਿੱਧਰ ਵੀ ਤੁਹਾਡਾ ਨਗਰ ਹੈ ਉਸ ਇਲਾਕੇ ਵਿੱਚ ਪਹੁੰਚੋ। ਸਤਨਾਮ ਕੋ ਦੇ ਉਪਦੇਸ਼ੋ, ਗੁਰਮੁਖ ਪੰਥ ਦ੍ਰਿੜਾਓ ਵਿਸ਼ੇਸ਼ੋ। ਲੋਕਾਂ ਨੂੰ ਪਰਮਾਤਮਾ ਦੀ ਗੱਲ ਸੁਣਾਇਆ ਕਰੋ। ਅੱਜ ਉਹ ਗੁਰਮੁਖ ਪੰਥ ਜਿਸ ਪੰਥ ਤੇ ਤੁਸੀਂ ਚੱਲ ਰਹੇ ਹੋ, ਇਹਦਾ ਲੋਕਾਂ ਨੂੰ ਦੱਸਿਆ ਕਰੋ ਕਿ ਸਾਡਾ ਮਾਰਗ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਛਕਣ ਦਾ। ਦੁਨੀਆ ਦੇ ਵਿੱਚ ਸਭ ਤੋਂ ਆਦਰਸ਼ਕ ਮਾਰਗ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ। ਨਾ ਘਰ ਛੱਡਣ ਦੀ ਲੋੜ, ਨਾ ਕਿਸੇ ਖਰਚ ਖਰਚਾ ਦੀ ਲੋੜ, ਨਾ ਪਰਿਵਾਰ ਛੱਡਣ ਦੀ ਲੋੜ, ਨਾ ਕਿਤੇ ਭੁੱਖੇ ਰਹਿਣ ਦੀ ਲੋੜ ਹੈ। ਖਾਹ ਮਖਾ ਸਾਡੀਆਂ ਬੀਬੀਆਂ ਐਵੇਂ ਵਰਤ ਰੱਖੀ ਜਾਣੇ, ਉਹਨਾਂ ਦੀ ਮਰਜ਼ੀ ਹੈ। ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ ਭੁੱਖੇ ਰਹੋ ਤੁਸੀਂ। ਔਰ ਨਾ ਕਿਤੇ ਨੰਗੇ ਪੈਰੀ ਤੁਰਨ ਦੀ ਲੋੜ। ਸਾਡੇ ਲੋਕੀ ਖਾਹ ਮਖਾ ਨੰਗੇ ਪੈਰੀ ਤੁਰੇ ਫਿਰਨ ਕਿ ਅਸੀਂ 11 ਦਿਨ ਨੰਗੇ ਪੈਰੀ ਜਾਣਾ, ਇਸ ਰੱਬ ਜੱਦੀ ਮਿਲ ਜਾਏਗਾ। ਇਹ ਉਹਨਾਂ ਦੀ ਮਰਜ਼ੀ ਹੈ। ਗੁਰਮਤਿ ਨੇ ਕਿਤੇ ਨਹੀਂ ਕਿਹਾ ਨੰਗੇ ਪੈਰੀ ਜਾਓ। ਗੁਰਬਾਣੀ ਤਾਂ ਕਹਿੰਦੀ ਪੱਗ ਉੱਪੇ ਥਾਣਾ ਆਪਣਾ ਕੀਆ ਕਮਾਣਾ, ਆਲਮਲ ਖਾਈ ਸ਼ਰਸ਼ਾਈ ਪਾਈ, ਅੰਨ ਨਾ ਖਾਇਆ ਸਾਧ ਗਵਾਇਆ। ਸਤਿਗੁਰੂ ਜੀ ਨੇ ਤੇ ਬਹੁਤ ਹੀ ਇੱਕ ਵਧੀਆ ਮਾਰਗ ਸਾਨੂੰ ਦਿੱਤਾ ਹੈ। ਸਰੀਰ ਨੂੰ ਕਸ਼ਟ ਦੀ ਲੋੜ ਨਹੀਂ, ਘਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ, ਕੰਮਕਾਰ ਛੱਡਣ ਦੀ ਲੋੜ ਨਹੀਂ। ਕਿਰਤ ਕਰੋ, ਦੁਨੀਆ ਦੇ ਪਦਾਰਥ ਕਮਾਓ, ਦੁਨੀਆ ਦੇ ਪਦਾਰਥ ਵਰਤੋ। ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਚ। ਗੁਰਸਿੱਖ ਦੇ ਕੋਲ ਸੋਹਣਾ ਕਾਰੋਬਾਰ ਹੋਣਾ ਚਾਹੀਦਾ ਹੈ, ਸੋਹਣਾ ਘਰ ਹੋਣਾ ਚਾਹੀਦਾ ਹੈ, ਸੋਹਣੀਆਂ ਗੱਡੀਆਂ ਕਾਰਾਂ ਘੋੜੇ ਹੋਣੇ ਚਾਹੀਦੇ ਨੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਰਾਜੇ ਜੋਗੀ ਬਣਾਇਆ। ਐਵੇਂ ਨਾ ਲੋਕਾਂ ਤੇ ਯਕੀਨ ਕਰਿਆ ਕਰੋ ਜੇ ਮਾਇਆ ਆ ਗਈ ਤੇ ਸ਼ਾਇਦ ਅਸੀਂ ਰੱਬ ਤੋਂ ਹੀ ਦੂਰ ਚਲੇ ਜਾਵਾਂਗੇ। ਮਾਇਆ ਤੇ ਦਾਸੀ ਹੈ ਭਗਤਾਂ ਦੀ। ਮਾਇਆ ਤੇ ਰੱਬ ਨੇ ਸਾਨੂੰ ਵਰਤਣ ਲਈ ਦਿੱਤੀ ਹੈ। ਮਾਇਆ ਦਾ ਹੰਕਾਰ ਨਹੀਂ ਹੋਣਾ ਚਾਹੀਦਾ। ਮਾਇਆ ਗਲਤ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ। ਮਾਇਆ ਮਨੁੱਖਤਾ ਦੀ ਸੇਵਾ ਤੇ ਲੱਗੇ ਤੇ ਮਾਇਆ ਤੇ ਆਪਣੇ ਆਪ ਹੀ ਆਉਂਦੀ ਚਲੀ ਜਾਂਦੀ ਹੈ। ਇਸ ਕਰਕੇ ਮਾਇਆ ਤੇ ਚਾਹੁੰਦੀ ਹੈ ਕੋਈ ਉਹ ਲੋਕ ਹੋਣ ਜਿਹੜੇ ਮੇਰੀ ਕਦਰ ਪਾਉਣ ਵਾਲੇ ਹੋਣ, ਚੰਗੀ ਵਰਤੋਂ ਕਰਨ ਵਾਲੇ ਹੋਣ। ਜਦੋਂ ਅਸੀਂ ਮਾਇਆ ਔਗਣਾਂ ਤੇ ਲਾਉਂਦੇ ਹਾਂ, ਨਸ਼ਿਆਂ ਤੇ ਲਾਉਂਦੇ ਹਾਂ, ਮਾਇਆ ਦੀ ਇਵੇਂ ਕਹਿ ਲਓ ਬੇਪਤੀ ਹੈ। ਮਾਇਆ ਵੀ ਨਾਰਾਜ਼ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਸ ਕਰਕੇ ਸਤਿਗੁਰੂ ਜੀ ਕਹਿਣਗੇ ਇੰਨਾ ਵਧੀਆ ਮਾਰਗ, ਨਾਮ ਦਾਨ ਇਸ਼ਨਾਨ। ਸਿੱਖੀ ਨੇ ਇੱਕ ਆਦਰਸ਼ਕ ਸਮਾਜ, ਆਦਰਸ਼ਕ ਮਨੁੱਖ ਦੀ ਸਿਰਜਣਾ ਦੇ ਲਈ, ਸਰੀਰਕ ਤੌਰ ਤੇ, ਸਮਾਜਿਕ ਤੌਰ ਤੇ, ਆਤਮਿਕ ਤੌਰ ਤੇ ਖੁਸ਼ਹਾਲ ਰਹਿਣ ਦੇ ਲਈ ਸਾਨੂੰ ਜੋ ਵਧੀਆ ਮਾਰਗ ਦਿੱਤਾ, ਨਾਮ ਦਾਨ ਇਸ਼ਨਾਨ। ਨਾਮ ਨਾਲ ਜੁੜੋਗੇ ਮਨ ਕਰਕੇ ਸਦਾ ਆਨੰਦ ਵਿੱਚ ਰਹੋਗੇ, ਇਸ਼ਨਾਨ ਨਾਲ ਜੁੜੋਗੇ ਤਨ ਕਰਕੇ ਸਦਾ ਤੁਸੀਂ ਤੰਦਰੁਸਤ ਰਹੋਗੇ, ਦਾਨ ਦੇ ਨਾਲ ਜੁੜੋਗੇ ਸਮਾਜ ਵੀ ਤੁਹਾਡਾ ਖੁਸ਼ਹਾਲ ਹੋ ਜਾਏਗਾ। ਇਹਦੋਂ ਵਧੀਆ ਮਾਰਗ ਕਿਤੇ ਨਹੀਂ ਹੈ ਦੁਨੀਆ 'ਚ। ਇਹ ਠੀਕ ਹੈ ਜਿੱਧਰ ਮਰਜ਼ੀ ਕੋ ਫਿਰ ਫਰਾ ਕੇ ਦੇਖ ਲੇ। ਭਾਈ ਗੁਰਦਾਸ ਜੀ ਨੇ ਉਹਨਾਂ ਲੋਕਾਂ ਨੂੰ ਜਿਹੜੇ ਭੁੱਲੇ ਭਟਕੇ, ਕਦੀ ਕਬਰਾਂ ਤੇ ਜਾਂਦੇ ਨੇ, ਕਦੀ ਜਹਾਦਾਂ ਕੋਲ ਜਾਂਦੇ ਨੇ, ਤੰਤਰਾਂ ਮੰਤਰਾਂ ਕੋਲ ਜਾਂਦੇ ਨੇ, ਉਹਨਾਂ ਨੂੰ ਸਮਝਾਇਆ, ਉਹ ਦੁਨੀਆ ਦੇ ਲੋਕੋ ਇਹ ਗੱਲ ਚੇਤੇ ਰੱਖੋ, ਜੈਸੇ ਆਮ ਕੀ ਸ਼ਦਰ ਕਤ ਮਿਟਤ ਆਮਰੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਉਹ ਤੁਹਾਡਾ ਅੰਬ ਖਾਣ ਨੂੰ ਜੀ ਕਰਦਾ ਹੈ, ਕੋਈ ਕਹੇ ਅੰਬ ਨਹੀਂ ਤੇ ਅੱਖਾਂ ਦੀਆਂ ਖਖੜੀਆਂ ਹੀ ਖਾ ਲੈ, ਭਾਵੇਂ ਅੰਬ ਵਰਗੀਆਂ ਨੇ ਪਰ ਅੰਬਾਂ ਵਾਲਾ ਸਵਾਦ ਨਹੀਂ ਹੋਣਾ ਉਹਨਾਂ ਚੋਂ। ਤੁਸੀਂ ਬੱਚਾ ਘਰ 'ਚ ਬਾਪੂ ਨਾਲ ਨਾਰਾਜ਼ ਹੋ ਗਿਆ, ਰਾਤ ਨੂੰ ਘਰੋਂ ਤੁਰ ਪਿਆ, ਤੁਰੇ ਜਾਂਦੇ ਗਵਾਂਢੀ ਕਹਿਣ ਲੱਗੇ ਕਿੱਧਰ ਚੱਲੇ ਆ? ਕਹਿੰਦਾ ਜੀ ਮੈਂ ਘਰ 'ਚ ਨਹੀਂ ਰਹਿਣਾ, ਮੈਂ ਤੇ ਘਰ ਹੀ ਛੱਡ ਚੱਲਿਆ। ਗਵਾਂਢੀ ਕਹਿੰਦੇ ਚੱਲ ਸਾਡੇ ਵੱਲ ਆ ਜਾ, ਤੂੰ ਵੀ ਸਾਡੇ ਬੱਚਿਆਂ ਵਰਗਾ ਹੀ ਹੈ। ਬੱਚਿਆਂ ਵਰਗਾ ਕਹਿਣਗੇ ਪਰ ਆਪਣਾ ਬੱਚਾ ਨਹੀਂ ਬਣਾਉਣਗੇ, ਬੱਚੇ ਵਾਲਾ ਅਧਿਕਾਰ ਨਹੀਂ ਦੇਣਗੇ। ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ, ਸਾਗਰ ਕੀ ਨਿਧ ਕਤ ਪਾਈਏ, ਪੋਖਰ ਸੇ ਦਿਨ ਕਰ ਸਮ ਦੀਪ ਜੋਤ ਨਾ ਦੀ ਪਾਈਏ। ਸਾਗਰ ਕਹਿੰਦੇ ਸਮੁੰਦਰ ਨੂੰ, ਪੋਖਰ ਕਹਿੰਦੇ ਛੱਪੜ ਨੂੰ। ਛੱਪੜ ਦੇ ਵਿੱਚੋਂ ਸਮੁੰਦਰ ਵਾਲੀਆਂ ਬਰਕਤਾਂ ਨਹੀਂ ਮਿਲਣੀਆਂ। ਕੋਈ ਬੰਦਾ ਕਿ ਕਿੱਥੇ ਤੂੰ ਸਮੁੰਦਰ ਕੋਲ ਜਾਏਗਾ ਬੰਬੇ ਤੱਕ, ਇੱਥੇ ਪਿੰਡ ਦੇ ਛੱਪੜ ਚੋਂ ਹੀ ਲੱਭ ਲੈ ਜੋ ਚਾਹੀਦਾ। ਪਿੰਡ ਦੇ ਛੱਪੜ ਚੋਂ ਗੰਦਗੀ ਮਿਲ ਸਕਦੀ ਹੈ, ਚਿੱਕੜ ਮਿਲ ਸਕਦਾ ਹੈ। ਜੋ ਸਮੁੰਦਰ ਦੀਆਂ ਬਰਕਤਾਂ ਨੇ ਉਹ ਸਮੁੰਦਰ ਚੋਂ ਹੀ ਮਿਲਣੀਆਂ ਨੇ। ਆ ਛੱਪੜ ਬੜੇ ਨੇ ਧਰਮ ਦੇ ਨਾਂ ਤੇ ਸਾਡੇ ਆਲੇ ਦੁਆਲੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੈ ਕੋਏ, ਸੋਈ ਸਰਵ ਢੂੰਡ ਲੋ ਜਿੱਥੋਂ ਲੱਭੇ ਵੱਥ, ਛੱਪੜ ਢੂੰਡੇ ਕਿਆ ਪਵੇ ਚਿੱਕੜ ਡੁੱਬੈ ਹੱਥ। ਸਰੋਵਰ ਚੋਂ ਜਾਂ ਸਮੁੰਦਰ ਚੋਂ ਤੇ ਕੁਝ ਮਿਲ ਸਕਦਾ ਹੈ, ਛੱਪੜਾਂ ਚੋਂ ਕੁਝ ਨਹੀਂ ਮਿਲਣਾ। ਭਾਈ ਸਾਹਿਬ ਜੀ ਕਹਿੰਦੇ ਕਿ ਸਾਗਰ ਕੀ ਨਿਧ ਕਤ ਪਾਈਏ, ਪੋਖਰ ਸੇ ਦਿਨ ਕਰ ਸਮ ਦੀਪ ਜੋਤ ਨਾ ਦਿਪਾਈਏ। ਦਿਨ ਕਰ ਕਹਿੰਦੇ ਸੂਰਜ ਨੂੰ, ਸੂਰਜ ਹੈ ਨਹੀਂ ਹੈ, ਆਪਾਂ ਦੀਵੇ ਨਾਲ ਕੰਮ ਤਾਂ ਚਲਾ ਸਕਦੇ ਹਾਂ, ਲੇਕਿਨ ਦੀਵਾ ਸੂਰਜ ਦੀ ਬਰਾਬਰਤਾ ਨਹੀਂ ਕਰ ਸਕਦਾ। ਸੂਰਜ ਦਾ ਚਾਨਣ ਸੂਰਜ ਦਾ ਹੀ ਹੈ। ਦੀਵੇ ਬੜੇ ਨੇ ਧਰਮ ਦੀ ਦੁਨੀਆ ਦੇ ਅੰਦਰ, ਲੇਕਿਨ ਉਹ ਸੂਰਜ ਦੀ ਬਰਾਬਰਤਾ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸੂਰਜ ਵਰਗਾ ਹੈ ਔਰ ਹਰ ਮਨੁੱਖ ਤੱਕ ਪਹੁੰਚ ਕਰਦਾ ਹੈ, ਹਰ ਮਨੁੱਖ ਨੂੰ ਗਿਆਨ ਦਿੰਦਾ ਹੈ। ਭਾਈ ਸਾਹਿਬ ਜੀ ਨੇ ਇੱਕ ਹੋਰ ਗੱਲ ਕਹੀ ਕਿ ਬਿਲਕੁਲ ਇੰਦਰ ਬਰਖਾ ਸਮਾਨ, ਪੁਜਸ ਨਾ ਕੂਪ ਜਲ, ਚੰਦਨ ਸਮਾਨ ਪਲਾਸ ਨਾ ਪਹਿਕਾਈ ਹੈ। ਇੰਦਰ ਕਹਿੰਦੇ ਨੇ ਬੱਦਲ ਨੂੰ, ਬੱਦਲਾਂ ਦੀ ਵਰਖਾ ਦੀ ਬਰਾਬਰਤਾ ਖੂਹ ਦਾ ਪਾਣੀ ਨਹੀਂ ਕਰ ਸਕਦਾ। ਖੂਹ ਦੇ ਪਾਣੀ ਨਾਲ ਕੰਮ ਸਾਰ ਲੈਨੇ ਅਸੀਂ, ਥੋੜਾ ਬਹੁਤਾ ਖੇਤੀ ਦਾ ਟਿਊਬਲ ਨਾਲ ਵੀ ਅੱਜ ਕੱਲ ਚੱਲਦਾ ਹੈ, ਲੇਕਿਨ ਜੋ ਵਰਖਾ ਦੇ ਨਾਲ ਗੱਲ ਬਣਦੀ ਉੱਚੇ ਨੀਵੇਂ ਥਾਵਾਂ ਤੇ, ਸਾਰੇ ਥਾਵਾਂ ਤੇ ਦਰਖਤਾਂ ਨੂੰ ਧੋ ਦਿੰਦੀ ਹੈ ਵਰਖਾ, ਉਹ ਖੂਹ ਦਾ ਪਾਣੀ ਥੋੜੋ ਕਰ ਸਕਦਾ ਹੈ। ਜੋ ਚੰਦਨ ਦੇ ਬੂਟੇ ਪਾਸੋਂ ਸਾਨੂੰ ਸੁਗੰਧੀ ਮਿਲਦੀ ਹੈ, ਕੋਈ ਢਾਕ ਪਲਾਸ ਦਾ ਬੂਟਾ ਨਹੀਂ ਦੇ ਸਕਦਾ। ਇਹ 5-6 ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਕਹਿਣਗੇ, ਦੁਨੀਆ ਦੇ ਲੋਕੋ ਜਿਵੇਂ ਪਿਤਾ ਵਾਲਾ ਪਿਆਰ ਪੜੋਸੀ ਪਾਸੋਂ ਨਹੀਂ ਮਿਲਣਾ, ਅੰਬ ਖਾਣ ਵਾਲੀ ਰੀਝ ਖਖੜੀਆਂ ਖਾ ਕੇ ਪੂਰੀ ਨਹੀਂ ਹੋਣੀ, ਸਮੁੰਦਰ ਦੀਆਂ ਬਰਕਤਾਂ ਛੱਪੜ ਚੋਂ ਨਹੀਂ ਮਿਲਣੀਆਂ, ਵਰਖਾ ਦਾ ਆਨੰਦ ਜਿਹੜਾ ਉਹ ਖੂਹ ਦੇ ਪਾਣੀ ਚੋਂ ਨਹੀਂ ਮਿਲਣਾ, ਚੰਦਨ ਵਰਗੀ ਸੁਗੰਧੀ ਜਿਹੜੀ ਢਾਕ ਪਲਾਸ ਦੇ ਬੂਟੇ ਕੋਲੋਂ ਨਹੀਂ ਮਿਲਣੀ, तेमें गुरु वर्गा प्यार कित्यों नहीं मिलना। श्री गुरु दयाल की दया न आन देव मैं खंड ब्रह्मंड उदय अस्तलोताई है। एक गुरु दी वडियाई है। जिवें मां हुंदी है ना, बच्चा ते गलतियां करदा ही है क्योंकि बच्चा है ही बच्चा है, लेकिन मां जिहड़ी है ना वो गलतियां करदे बच्चे नूं फिर भी झाड़ पूंज के मिट्टी चुक के फिर अपनी गोद विच बिठा लैंदी है। गुरु साडी मां है, साडियां गलतियां नूं अणडिठ करके फिर अपने चरणां नाल जोड़दा है। जिन्हां थावां ते लोकी जांदे ने उत्थे कहंदे जी उत्थे एक वारी नहीं गए ते वो नाराज हो गया पीर, साडा ते कारोबारी बिगड़ना शुरू हो गया। जिहड़ा धर्म दे नां ते किसी नूं सराफ देवे, जिहड़ा धर्म दे नां ते किसी दे काम विगाड़न दी गल करे, वो धर्म है ही नहीं है, वो धार्मिक नहीं हो सकता। इस करके साडे सतगुरु जी ने देखो विगड़ियां दा भी उधार कर दिता, डाकुआं नूं भी रब वाले बन्ने लगाता। बड़े बड़े ठगां दियां जे करनियां असी लोकां दे सामने नशर रखीए ते कोई उन्हां दियां गल्लां नूं माफ करन लई तैयार नहीं है, लेकिन सतगुरु जी ने उन्हां ठगां नूं संत बना दिता। ये गुरु दी वडियाई है भाई। गुरु वर्गा प्यार कितों नहीं मिलना,
ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਏਡਾ ਵੱਡਾ ਮਾਰਗ ਤੁਹਾਨੂੰ ਮਿਲਿਆ, ਗੁਰਮੁਖ ਪੰਥ ਪ੍ਰਚਾਰੋ ਲੋਕਾਂ ਨੂੰ, ਦੱਸੋ ਗੁਰੂ ਦੀ ਵਡਿਆਈ, ਸਾਡੇ ਗੁਰੂ ਦੀ ਕੀ ਮਹਾਨਤਾ ਹੈ, ਲੋਕਾਂ 'ਚ ਜਾ ਕੇ ਗੁਰਮਤਿ ਪੰਥ ਦੀ ਗੱਲ ਕਰੋ। ਫਿਰਿਆ ਕਟਾਰਾ ਬਾਕਿਉ ਚਾਰਾ, ਮੰਤਰ ਜੰਤਰ ਕੋ ਬਲ ਤਿਨ ਧਾਰਾ। ਇਹ ਭਾਈ ਫਿਰਿਆ ਤੇ ਕਟਾਰਾ ਜੀ ਕਹਿਣ ਲੱਗੇ ਮਹਾਰਾਜ ਇਹ ਜਿਹੜੇ ਸਾਧੂ ਸੂਧ ਨੇ ਮੰਤਰਾਂ ਮੁੰਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾਈ ਜਾਂਦੇ ਨੇ। ਦਰਅਸਲ ਇੱਕ ਗੱਲ ਚੇਤੇ ਰੱਖਣਾ, ਕੋਈ ਮੰਤਰ ਕਿਤੇ ਨਾਲੋਂ ਤਗੜਾ ਨਹੀਂ ਹੈ, ਕੋਈ ਜਾਦੂ ਟੂਣਾ ਕਿਤੇ ਨਾਲੋਂ ਤਗੜਾ ਨਹੀਂ ਹੈ। ਅਸੀਂ ਮਾਨਸਿਕ ਤੌਰ ਤੇ ਜਦੋਂ ਕਿਸੇ ਗੱਲ ਨੂੰ ਪ੍ਰਵਾਨ ਕਰ ਲੈਨੇ ਨਾ ਉਦੋਂ ਕੋ ਮੰਤਰ ਚੱਲਦਾ ਹੈ। ਮੰਤਰ ਹੁੰਦਾ ਕੋਈ ਨਹੀਂ ਹੈ, ਇੱਕ ਡਰ ਹੈ ਮਨਾਂ ਦੇ ਅੰਦਰ, ਇੱਕ ਡਰ ਹੈ। ਮੈਨੂੰ ਇੱਕ ਘਟਨਾ ਯਾਦ ਹੈ, ਕਿਉਂਕਿ ਬੜੇ ਜਾਦੂਗਰ ਤੁਰੇ ਫਿਰਦੇ ਜੀ, ਫਲਾਣਾ ਜਾਦੂ ਵਾਲਾ ਹੈ। ਪੌਂਡਾ ਸਾਹਿਬ ਰਹਿੰਦੇ ਆ, ਸੇਵਾ ਕਰਦੇ ਆ, ਉੱਥੇ ਇੱਕ ਘਟਨਾ ਵਾਪਰੀ। ਹੋਲੇ ਮਹੱਲੇ ਦੇ ਮੌਕੇ ਤੇ ਵੱਡੇ ਵੱਡੇ ਜਾਦੂਗਰ ਉੱਥੇ ਆਉਂਦੇ ਸਨ, ਔਰ ਮਦਾਰੀ ਆਉਂਦੇ ਸਨ। ਔਰ ਇੱਕ ਮਦਾਰੀ ਆਇਆ, ਉਹ ਜਿਵੇਂ ਮਦਾਰੀ ਅੱਗੇ ਇੱਕ ਆਪਣਾ ਬਿਠਾ ਲੈਂਦੇ ਨੇ, ਇੱਕ ਮੁੰਡੇ ਨੂੰ ਵਿੱਚ ਲੰਮਿਆਂ ਪਾ ਕੇ ਪੁੱਛਦੇ 10 ਜਮੂਰੇ ਇਦਾਂ ਕਰਦੇ ਨੂੰ ਮਾਰਦਾ, ਜਿੱਦਾਂ ਕਰਦੇ ਜੋ ਕੁਝ ਕਰਦੇ ਨੇ। ਇੱਕ ਮੁੰਡਾ ਉਹਨੇ ਲੰਮਾ ਪਾਇਆ, ਉੱਤੇ ਚਾਦਰ ਦਿੱਤੀ ਹੈ ਤੇ ਉਹਨੂੰ ਲੋਕਾਂ ਨੂੰ ਕਹਿ ਰਿਹਾ ਕਹਿੰਦਾ ਮੈਂ ਸਿਰ ਵੱਖ ਕਰ ਦਿੱਤਾ, ਚਾਦਰ ਦਿੱਤੀ ਉੱਪਰ। ਜਿਹੜਾ ਸਾਹਮਣੇ ਬੈਠਾ ਸੀ ਉਹਨੂੰ ਉਠਾ ਕੇ ਕਹਿਣ ਲੱਗਾ ਹੋਰ ਕੋਈ ਬੰਦਾ ਬੈਠੋ, ਠੀਕ ਨਹੀਂ ਕਰ ਰਿਹਾ। ਉੱਥੇ ਸਾਡਾ ਇੱਕ ਰਾਗੀ ਸਿੰਘ ਬੈਠ ਗਿਆ। ਰਾਗੀ ਸਿੰਘ ਜਦੋਂ ਬੈਠਾ ਤੇ ਉਹ ਬੱਚੇ ਨੂੰ ਫਿਰ ਜਿਉਂਦਾ ਕਰਨਾ ਚਾਹੁੰਦਾ ਹੈ, ਹੋ ਨਹੀਂ ਰਿਹਾ। ਤੇ ਉਹ ਜਾਦੂਗਰ ਕਹਿਣ ਲੱਗਾ ਮੇਰਾ ਕਿਸੇ ਨੇ ਮੰਤਰ ਹੀ ਬੰਨ੍ਹ ਦਿੱਤਾ ਹੈ। ਕੌਣ ਹੈ? ਮੇਰੇ ਸਾਹਮਣੇ ਆਏ ਜਿਹਨੇ ਮੇਰੇ ਤੇ ਵਾਰ ਕੀਤਾ। ਹੁਣ ਕੌਣ ਸਾਹਮਣੇ ਆਇਆ? ਹੈ ਕੋਈ ਨਹੀਂ। ਉਹਦਾ ਇੱਕ ਉਸਤਾਦ ਸੀ ਬੰਗਾਲ ਦਾ ਬੜਾ ਤਗੜਾ ਜਾਦੂਗਰ, ਉਹ ਬੜੇ ਗੁੱਸੇ 'ਚ ਉੱਠਿਆ, ਜਿੰਨੇ ਵੀ ਸਾਡੇ ਬੱਚੇ ਦੀ ਜਾਨ ਨੂੰ ਖਤਰਾ ਹੈ, ਜਿਹਨੇ ਸਾਡੇ ਮੰਤਰ ਮੰਨਿਆ ਸਾਹਮਣੇ ਆਏ, ਪਰ ਕੋਈ ਨਾ ਆਇਆ, ਭੀੜ ਬੜੀ ਸੀ। ਆਖਰ ਉਹਦੀ ਨਜ਼ਰ ਪਈ ਰਾਗੀ ਸਿੰਘ ਤੇ। ਉਹ ਕਹਿਣ ਲੱਗੇ ਸਰਦਾਰ ਜੀ ਤੁਸੀਂ ਉੱਠ ਜਾਓ, ਤੁਸੀਂ ਤੇ ਕੜਾ ਪਾਇਆ ਹੋਇਆ, ਤੁਸੀਂ ਪੜ੍ਹ ਕੀ ਰਹੇ ਹੋ? ਉੱਥੇ ਹੋਰ ਬੰਦਾ ਬਿਠਾਇਆ, ਚਲੋ ਉਹਨਾਂ ਦਾ ਜਿਹੜਾ ਸੀ ਕਾਰੋਬਾਰ ਜਿਹਾ ਚੱਲ ਗਿਆ। ਕਿ ਰਾਗੀ ਸਿੰਘ ਕਹਿਣ ਲੱਗਾ ਮੈਂ ਤੇ ਮੂਲ ਮੰਤਰ ਪੜ੍ਹ ਰਿਹਾ ਸੀ, ਮੈਂ ਤੇ ਉਦਾਂ ਹੀ ਪੜ੍ਹੀ ਜਾ ਰਿਹਾ ਸੀ ਆਨੰਦ 'ਚ। ਇਹ ਮੰਤਰ ਇੰਨੇ ਤਗੜੇ ਨਹੀਂ ਹੈ ਜਿਨ੍ਹਾਂ ਤੋਂ ਦੁਨੀਆ ਡਰਦੀ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਜਿਹੜਾ ਮੰਤਰਾਂ ਤੋਂ ਮਹਾਨ ਮੰਤਰ ਦਿੱਤਾ ਹੈ। ਗੁਰਬਾਣੀ ਸਭ ਤੋਂ ਉੱਤਮ ਮੰਤਰ ਹੈ, ਪਰਮਾਤਮਾ ਦਾ ਨਾਮ ਸਭ ਤੋਂ ਮਹਾਨ ਮੰਤਰ ਹੈ। ਕੋਈ ਤੰਤਰ ਕੋਈ ਮੰਤਰ ਤੰਤ ਮੰਤ ਨ ਜੋ ਹੀ ਤਿਤ ਚਾਖ ਨਾ ਲਾਗੇ, ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ। ਸਤਿਗੁਰੂ ਜੀ ਕਹਿੰਦੇ ਕੋਈ ਤੰਤਰ ਕੋਈ ਮੰਤਰ ਮਨੁੱਖ ਦੇ ਨੇੜੇ ਨਹੀਂ ਆ ਸਕਦਾ। ਪਰ ਜਦੋਂ ਅਸੀਂ ਡਰ ਹੀ ਜਾਂਦੇ ਇਹਦੋਂ ਵੱਡਾ ਤੇ ਤੰਤਰ ਹੈ ਕੋਈ ਨਹੀਂ। ਜਦੋਂ ਡਰ ਗਏ ਆਪਣੇ ਆਪ ਤੰਤਰ ਚੱਲੀ ਜਾਣਗੇ। ਦਰਅਸਲ ਉਹਨਾਂ ਕੋਲ ਹੁੰਦਾ ਕੁਝ ਨਹੀਂ ਹੈ, ਸਿਰਫ ਲੋਕਾਂ ਦੇ ਮਨਾਂ ਅੰਦਰ ਇੱਕ ਡਰ ਪੈਦਾ ਕੀਤਾ ਹੋਇਆ। ਦੁਨੀਆ ਡਰੀ ਹੋਈ ਵਿਚਾਰੀ ਪ੍ਰਵਾਨ ਕਰੀ ਜਾਂਦੀ ਹੈ। ਰਾਤ ਦੇ ਹਨੇਰੇ 'ਚ ਕਿਤੇ ਇਕੱਲੇ ਤੁਰੇ ਜਾਈਏ ਨਾ, ਆਪਾਂ ਡਰਿਆ ਹੁੰਦਾ ਮਨ, ਆਪਣੇ ਪੈਰਾਂ ਨਾਲ ਹੀ ਪੱਤੇ ਖੜਕਣ ਤੇ ਡਰ ਜਾਣੇ ਕੋਈ ਬੰਦਾ ਆ ਗਿਆ, ਮਗਰ ਹੁੰਦਾ ਕੁਝ ਨਹੀਂ ਹੈ। ਇਸ ਕਰਕੇ ਉਹ ਮਨ ਦਾ ਡਰ ਹੈ। ਗੁਰਬਾਣੀ ਸਾਨੂੰ ਮਨ ਦੇ ਡਰ ਤੋਂ ਮੁਕਤ ਕਰਦੀ ਹੈ। ਜਦੋਂ ਤੁਸੀਂ ਮਨ ਕਰਕੇ ਨਿਰਭਉ ਹੋ ਗਏ ਨਾ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਡਰਾ ਨਹੀਂ ਸਕੇਗੀ। ਪਰ ਮਨ ਕਰਕੇ ਨਿਰਭਉ ਤੇ ਉਦੋਂ ਹੋਵਾਂਗੇ ਜਦੋਂ ਅਸੀਂ ਨਿਰਭਉ ਦੇ ਪਿਆਰ ਜੁੜਾਂਗੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਭਉ ਸਭ ਗਵਾਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਉਹਨਾਂ ਕੋਲ ਮੰਤਰ ਤੰਤਰ ਬੜੇ ਹੁੰਦੇ ਨੇ, ਦੁਨੀਆ ਤੋਂ ਉਹਨਾਂ ਤੋਂ ਡਰਦੀ ਬੜੀ, ਉਹਨਾਂ ਦੇ ਮੰਤਰਾਂ ਤੰਤਰਾਂ ਤੋਂ। ਬਦੈ ਨ ਕਾਹੂ ਦੇਖ ਦੇਰ, ਮਾਰ ਦੇਤ ਬੈਰੀ ਬਿਨ ਦੇਰ। ਤੇ ਮਹਾਰਾਜ ਆ ਜਿਹੜੇ ਸਿੱਧ ਜੋਗੀ ਨੇ ਤੇ ਬੜੇ ਖੂਨੀ ਬੰਦੇ ਨੇ, ਇਹਨਾਂ ਦੇ ਕੋਲ ਜਾਓ ਤੇ ਇਹ ਬੰਦੇ ਨੂੰ ਮਾਰ ਦਿੰਦੇ ਨੇ। ਇਹ ਕਿਉਂਕਿ ਦਰਅਸਲ ਇਹਨਾਂ ਨੇ ਅੱਗੇ ਆਪਣੇ ਚੇਲੇ ਚਾਟੜੇ ਵੀ ਰੱਖੇ ਹੁੰਦੇ ਨੇ। ਹੁਣ ਵੀ ਤੁਸੀਂ ਕਿਸੇ ਪਖੰਡ ਦੇ ਅੱਡੇ ਤੇ ਚਲੇ ਜਾਓ ਨਾ, ਤੁਸੀਂ ਦੇਖਿਆ ਨੇ ਕਈ ਸਾਧ ਜਿਹੜੇ ਨੇ ਤਿਹਾੜ ਜੇਲ੍ਹ 'ਚ ਬੈਠੇ ਨੇ, ਉਹਨਾਂ ਨੇ ਆਪਣੇ ਤੇ ਕਿੰਤੂ ਪਰੰਤੂ ਕਰਨ ਵਾਲੇ ਮਰਵਾ ਤੇ, ਕਿਤੇ ਪੱਤਰਕਾਰ ਮਰਵਾਤਾ, ਕਿਤੇ ਕੋਈ ਮਰਵਾ ਦਿੱਤਾ। ਦਰਅਸਲ ਇਹ ਸਾਧਾਂ ਦੇ ਭੇਖ ਵਿੱਚ ਡਾਕੂ ਬੈਠੇ ਨੇ ਬੜੇ ਖਤਰਨਾਕ, ਜਿਹੜੇ ਸਮਾਜ ਨੂੰ ਲੁੱਟ ਵੀ ਰਹੇ ਨੇ, ਸਮਾਜ ਨੂੰ ਕੁੱਟ ਵੀ ਰਹੇ ਨੇ, ਔਰ ਸਮਾਜ ਨੂੰ ਇੱਕ ਰੋਕੋੜ ਬਣ ਕੇ ਲੱਗੇ ਹੋਏ ਨੇ ਆਪਣੇ ਸਮਾਜ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਜਣ ਠੱਗ ਵਰਗੇ ਇਹਨਾਂ ਚੋਂ ਕੱਢੇ ਸਨ, ਤੇ ਅੱਜ ਪਤਾ ਨਹੀਂ ਕਿੰਨੇ ਕੁ ਠੱਗ ਬਣ ਬੈਠੇ ਨੇ। ਇਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਦੂਰ ਦ੍ਰਿਸ਼ਟੀ ਸੀ, ਬਰੀਕ ਨਜ਼ਰ ਸੀ। ਉਹਨਾਂ ਨੇ ਐਨ ਖੁੱਡ ਦੇ ਵਿੱਚ ਬੜਾ ਖਤਰਨਾਕ ਸੱਪ ਕੱਢ ਲਿਆ, ਜਿਹਨੂੰ ਸੱਜਣ ਠੱਗ ਕਹਿੰਦੇ। ਉੱਥੇ ਪਹੁੰਚ ਹੀ ਨਹੀਂ ਸੀ ਕਿਸੇ ਦੀ, ਕੋਈ ਜਾਣਦਾ ਹੀ ਨਹੀਂ ਸੀ ਉਹਦੇ ਬਾਰੇ। ਤੇ ਅੱਜ ਜੇ ਕਿਤੇ ਬਾਬਾ ਨਾਨਕ ਜੀ ਆ ਜਾਣ, ਅੱਜ ਤੇ ਖੁੱਡਾਂ ਹੀ ਭਰੀਆਂ ਪਈਆਂ ਨੇ ਆਸੇ ਪਾਸੇ। ਸਿੱਖੀ ਦੇ ਲਿਬਾਸ 'ਚ ਬੜੇ ਬੜੇ ਖਤਰਨਾਕ ਬੈਠੇ ਹੋਏ ਨੇ। ਤੁਸੀਂ ਉੱਥੇ ਜਾ ਕੇ ਕਿਤੇ ਗੱਲ ਕਰੋਗੇ ਨਾ, ਜਿਉਂਦੇ ਨਹੀਂ ਆ ਸਕੋਗੇ ਉਹਨਾਂ ਕੋਲੋਂ, ਮੁੜ ਕੇ ਵਾਪਸ ਨਹੀਂ ਜਾਓਗੇ। ਇਸ ਕਰਕੇ ਇਹ ਕਹਿ ਰਹੇ ਮਹਾਰਾਜ, ਜਿਨ੍ਹਾਂ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਗੱਲ ਕਰਨ ਦੀ ਗੱਲ ਕਰਦੇ ਹੋ ਤੇ ਬੜੇ ਖੂਨੀ ਨੇ, ਮਾਰ ਦਿੰਦੇ ਨੇ ਬੰਦਿਆਂ ਨੂੰ। ਬਿਨਾ ਸ਼ਕਤ ਕਿਮ ਤਾਂ ਸਿਧਾਵੇ, ਸਤ ਨਾਮ ਕਿਮ ਤਿਨਹੁ ਜਪਾਵੇ। ਮਹਾਰਾਜ ਸਾਡੇ ਕੋਲ ਇੰਨੀ ਸ਼ਕਤੀ ਨਹੀਂ ਹੈ
ਅਸੀਂ ਕਿਵੇਂ ਲੋਕਾਂ ਨੂੰ ਰੱਬ ਦੀ ਗੱਲ, ਨਾਮ ਦੀ ਗੱਲ ਸੁਣਾਵਾਂਗੇ ਜਾ ਕੇ। ਹੈ ਬਰਸਨ ਤਿਨ ਸੰਗ ਉਚਾਰਾ, ਅਬ ਤੇ ਫਰੈ ਸੁਭਾਗ ਤੁਮਾਰਾ। ਉਹ ਸਤਿਗੁਰੂ ਜੀ ਕਹਿੰਦੇ ਜਾਓ, ਤੁਹਾਡੇ ਤੇ ਗੁਰੂ ਦੀ ਮਿਹਰ ਹੈ, ਜੋ ਕਹੋਗੇ ਉਹ ਗੱਲਾਂ ਪੂਰੀਆਂ ਹੋ ਜਾਣਗੀਆਂ ਤੁਹਾਡੀਆਂ। ਸਖਤ ਵਿਸ਼ਾਲ ਹੋਏ ਤੁਮ ਬਾਹੀ, ਤੁਮ ਢਿਗ ਮੰਤਰ ਜੰਤਰ ਫਰ ਨਾਹੀ। ਤੁਹਾਡੇ 'ਚ ਬੜੀ ਸ਼ਕਤੀ ਹੈ, ਆ ਜਾਏਗੀ, ਕੋਈ ਮੰਤਰ ਤੰਤਰ ਤੁਹਾਡੇ ਤੇ ਪ੍ਰਭਾਵ ਨਹੀਂ ਪਾਏਗਾ। ਜੈ ਕੈ ਮਠ ਜੋਗੀ ਕੇ ਹੋਏ, ਦਿਓ ਨਿਕਾਸ ਪੁਨ ਭਗਨੋ ਸੋਏ। ਜਿੱਥੇ ਕਿਤੇ ਵੀ ਕੋਈ ਇਹੋ ਜਿਹਾ ਹੋਏਗਾ ਨਾ, ਤੁਸੀਂ ਜਦੋਂ ਸੱਚ ਦੀ ਗੱਲ ਕਰੋਗੇ, ਦੁਨੀਆ ਆਪ ਹੀ ਉਹਨਾਂ ਨੂੰ ਭਜਾ ਦੇਵੇਗੀ। ਜੋਗੀ ਤੁਮ ਕੋ ਦੇਖ ਨ ਸਕੈ, ਭ੍ਰਮਚਿਤ ਹੋਏ ਭਾਗ ਬੋ ਤਕੈ। ਜਦੋਂ ਤੁਸੀਂ ਗਿਆਨ ਦੇਵੋਗੇ ਲੋਕਾਂ ਨੂੰ, ਦੁਨੀਆ ਨੂੰ ਗਿਆਨ ਦੀ ਲੋੜ ਹੈ। ਦਰਅਸਲ ਅਗਿਆਨਤਾ ਵਿੱਚ ਦੁਨੀਆ ਜਿਹੜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਕਿ ਨਾਨਕ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ, ਪ੍ਰਜਾ ਅੰਧੀ ਗਿਆਨ ਬਿਨ। ਲੋਕਾਂ ਨੂੰ ਗਿਆਨ ਦੀ ਲੋੜ ਹੈ। ਜਦੋਂ ਲੋਕ ਗਿਆਨਵਾਨ ਹੋ ਜਾਣ ਨਾ, ਵੱਡੇ ਵੱਡੇ ਪਖੰਡੇ ਅੱਡਿਆਂ ਨੂੰ ਪੁੱਟ ਕੇ ਰੱਖ ਦਿੰਦੇ ਨੇ, ਵੱਡੀਆਂ ਵੱਡੀਆਂ ਹਕੂਮਤਾਂ ਦੇ ਤਖਤੇ ਪੱਟ ਦਿੰਦੇ ਨੇ ਲੋਕ। ਲੋਕਾਂ 'ਚ ਇੰਨੀ ਤਾਕਤ ਹੈ, ਲੋਕਾਂ 'ਚ ਇੰਨੀ ਪਾਵਰ ਹੈ, ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਲੋਕਾਂ ਨੂੰ ਗਿਆਨ ਦੇਣ ਦੀ ਲੋੜ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਲੋਕਾਂ ਨੂੰ ਗਿਆਨ ਦਿਓਗੇ ਸੱਚ ਦੇ ਮਾਰਗ ਦਾ, ਇਹ ਜੋਗੀ ਤੇ ਤੁਹਾਡੇ ਵੱਲ ਦੇਖ ਵੀ ਨਹੀਂ ਸਕਣਗੇ, ਜੋਗੀਆਂ ਦੇ ਅੱਡੇ ਆਪਣੇ ਆਪ ਹੀ ਖਤਮ ਹੋ ਜਾਣਗੇ। ਧਰਮਸਾਲ ਸਭ ਗ੍ਰਾਮ ਕਰਾਵੋ, ਭਜਨ ਕੀਰਤਨ ਕਰ ਸੁਖ ਪਾਵੋ। ਜਾਓ ਪਿੰਡਾਂ ਵਿੱਚ ਜਾ ਕੇ ਧਰਮਸ਼ਾਲਾਵਾਂ ਬਣਾਓ, ਪਿੰਡਾਂ ਵਿੱਚ ਲੋਕਾਂ ਨੂੰ ਕਹੋ ਕਿ ਰੱਬ ਦੀ ਕੀਰਤੀ ਕਰਿਆ ਕਰੋ, ਸਤ ਸੰਗਤ ਕਰਿਆ ਕਰੋ। ਨਾਮ ਦਾਨ ਇਸ਼ਨਾਨ ਦੜਾਏ, ਪਾਵਨ ਦੇਸ਼ ਕਰੋ ਸਭ ਜਾਏ। ਲੋਕਾਂ ਨੂੰ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਓ। ਨਾਮ ਦਾ ਅਰਥ ਹੈ ਵਾਹਿਗੁਰੂ ਜੀ ਦੀ ਸਿਫਤ ਸਲਾਹ, ਪਰਮਾਤਮਾ ਦਾ ਸ਼ੁਕਰਾਨਾ, ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਉਹਦੇ ਧੰਨਵਾਦ ਜੁੜੇ ਰਹਿਣਾ, ਉਹਦੀ ਯਾਦ ਵਿੱਚ ਸਿਮਰਨ ਜੁੜੇ ਰਹਿਣਾ। ਦਾਨ ਦਾ ਅਰਥ ਹੈ ਕਿ ਆਪ ਜੋ ਵੀ ਰੱਬ ਨੇ ਸਾਨੂੰ ਦੂਜਿਆਂ ਤੋਂ ਬਹੁਤਾ ਦਿੱਤਾ ਹੈ, ਭਾਵੇਂ ਗਿਆਨ ਹੈ, ਭਾਵੇਂ ਸਾਡੇ ਕੋਲ ਕਲਮ ਦੀ ਤਾਕਤ ਹੈ, ਭਾਵੇਂ ਤਲਵਾਰ ਦੀ ਤਾਕਤ ਹੈ, ਭਾਵੇਂ ਕੋਈ ਵੀ ਤਾਕਤ ਹੈ, ਉਹਦੇ ਰਾਹੀਂ ਸਮਾਜ ਨੂੰ ਡਿਵੈਲਪ ਕਰਨ ਦਾ ਯਤਨ ਕਰਨਾ, ਉਹਦੇ ਰਾਹੀਂ ਦੂਜੀਆਂ ਪਛੜ ਗਿਆਂ ਦੀ ਮਦਦ ਕਰਨੀ, ਇਹਨੂੰ ਦਾਨ ਕਿਹਾ ਜਾਂਦਾ ਹੈ। ਇਸ਼ਨਾਨ ਦਾ ਅਰਥ ਹੈ ਆਪਣੇ ਆਚਾਰ ਨੂੰ, ਆਪਣੇ ਵਿਹਾਰ ਨੂੰ, ਆਪਣੇ ਸਰੀਰ ਨੂੰ, ਆਪਣੀ ਸੋਚ ਨੂੰ ਮੈਲ ਤੋਂ ਰਹਿਤ ਰੱਖਣਾ। ਇਸ਼ਨਾਨ ਕੱਲਾ ਕੋ ਸਵੇਰੇ ਉੱਠ ਕੇ ਸ਼ਾਵਰ ਲੈਣ ਤੋਂ ਹੀ ਭਾਵ ਨਹੀਂ ਹੈ। ਭਾਵ ਆਪਣਾ ਆਚਾਰ ਵਿਹਾਰ, ਆਪਣਾ ਕਿਰਦਾਰ ਮੈਲ ਤੋਂ ਰਹਿਤ ਰੱਖਣਾ, ਆਹਾਰ ਵੀ ਮੈਲ ਤੋਂ ਰਹਿਤ ਰੱਖਣਾ। ਸਾਡੇ ਆਹਾਰ ਵਿੱਚ ਵੀ ਕਿਸੇ ਦੀ ਮਾੜੀ ਕਿਰਤ ਨਾ ਆ ਕੇ ਰਲ ਜੇ ਕਿਤੇ, ਉਹ ਆਹਾਰ ਵੀ ਸਾਡੀ ਸੋਚ ਨੂੰ ਮਾੜੀਆਂ ਕਰ ਦੇਵੇਗਾ। ਇਸ ਕਰਕੇ ਆਪਣਾ ਆਹਾਰ, ਵਿਚਾਰ, ਕਿਰਦਾਰ ਸਭ ਕੁਝ ਮੈਲ ਤੋਂ ਰਹਿਤ ਰੱਖੋਗੇ, ਇਹ ਇਸ਼ਨਾਨ ਹੈ। ਇਹਦੇ ਨਾਲ ਅਸੀਂ ਸਰੀਰਕ ਤੌਰ ਤੇ ਵੀ, ਮਾਨਸਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਤੰਦਰੁਸਤ ਰਵਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਇਹ ਗੱਲ ਕਰੋਗੇ ਨਾ, ਸਾਰੀ ਦੁਨੀਆ ਤੁਹਾਨੂੰ ਪਿਆਰ ਕਰੇਗੀ। ਆਨ ਮਿਲੇ ਨਰ ਗਰ ਤੁਮ ਜੋਏ, ਪੂਜੈ ਚਰਨ ਬਿਨੇ ਕੈ ਸੋਏ। ਉਹ ਦੁਨੀਆ ਤੇ ਤੁਹਾਨੂੰ ਪੂਜੇਗੀ। ਜਦੋਂ ਤੁਸੀਂ ਦੁਨੀਆ ਨੂੰ ਸੱਚ ਦੀ ਸੋਝੀ ਦੇਵੋਗੇ, ਦੁਨੀਆ ਤੁਹਾਡੇ ਨਾਲ ਜੁੜ ਜਾਵੇਗੀ। ਹਿਮ ਕੈ ਨਿਦ ਸਿਧ ਗੁਰ ਦੀਨਸ, ਦੇ ਵਰਦਾਨ ਬਿਦਾ ਜੁਗ ਕੀਨਸ। ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ, ਇਹ ਵਰਦਾਨ ਦੇ ਕੇ ਜਾਓ, ਸਿੱਖੀ ਦਾ ਪ੍ਰਚਾਰ ਕਰੋ। ਸਤਿਗੁਰੂ ਜੀ ਨੇ ਵਿਦਾ ਕਰ ਦਿੱਤਾ ਇਹਨਾਂ ਨੂੰ। ਨਮਸਕਾਰ ਕਰ ਧਰ ਪਗ ਧਿਆਨਾ, ਪ੍ਰਭੂ ਆਗਿਆ ਤੇ ਕੀਨਸ ਪਿਆਨਾ। ਗੁਰੂ ਚਰਨਾਂ ਤੇ ਨਮਸਕਾਰ ਕਰਕੇ ਇਹ ਸਤਿਗੁਰੂ ਜੀ ਦੀ ਆਗਿਆ ਪਾ ਕੇ ਇੱਥੋਂ ਚੱਲ ਪਏ। ਬੜ ਜੋਗੀ ਕੇ ਮਠ ਤਹਿ ਗਏ, ਤਰਾਸ ਅਧੀਨ ਤਿਸ ਦਾਰੁਨ ਭਏ। ਹੁਣ ਇਹ ਚੱਲ ਪਏ, ਜਿੱਥੇ ਕਿਤੇ ਦੇਖਦੇ ਪਖੰਡ ਦਾ ਕੋਈ ਅੱਡਾ ਹੈ ਉਧਰ ਨੂੰ ਇਹ ਜਾਂਦੇ ਨੇ, ਕਿਉਂਕਿ ਉੱਥੇ ਜੁੜੇ ਲੋਕਾਂ ਨੂੰ ਹੀ ਗੱਲ ਦੱਸ ਸਕਦੇ ਨੇ। ਇਸ ਕਰਕੇ ਜਦੋਂ ਇਹ ਜਾਂਦੇ ਨੇ, ਗੱਲ ਕਰਦੇ ਨੇ ਸੱਚ ਦੀ, ਤੇ ਫਿਰ ਉਹ ਜੋਗੀ ਵੀ ਆਪੋ ਆਪਣਾ, ਜਿਹੜੇ ਵੀ ਬੈਠੇ ਨੇ, ਆਪਣਾ ਜ਼ੋਰ ਲਗਾਉਂਦੇ ਹਨ। ਤਬ ਦਿਨ ਮੰਤਰ ਜੰਤਰ ਬਲ ਲਾਵਾ, ਉਲਟ ਪਰਿਓ ਜੋਗੀ ਦੁਖ ਪਾਵਾ। ਉਹਨਾਂ ਆਪਣੇ ਮੰਤਰ ਮੁੰਤਰਾਂ ਦੇ ਰਾਹੀਂ ਇਹਨਾਂ ਨੂੰ ਡਰਾਉਣ ਦਾ ਯਤਨ ਕੀਤਾ, ਪਰ ਕੋਈ ਮੰਤਰ ਇਹਨਾਂ ਤੇ ਚੱਲਿਆ ਨਾ, ਸਗੋਂ ਉਲਟਾ ਉਹਨਾਂ ਨੂੰ ਦੁਖੀ ਹੋਣਾ ਪਿਆ। ਅਗਨ ਲਗੀ ਤਨ ਮਨੋ ਵਿਸਾਲਾ, ਨਿਜ ਤੇ ਬੜਿਓ ਜਾਨ ਤਿਸ ਕਾਲਾ। ਅੱਗ ਲੱਗਣ ਦਾ ਅਰਥ ਇਹ ਵੀ ਹੈ ਕਿ ਉਹ ਹੁਣ ਹੰਕਾਰੇ ਸਨ, ਗੁੱਸਾ ਉਹਨੂੰ ਲੱਗਿਆ, ਤੇ ਉਹ ਗੁੱਸੇ ਦੀ ਅੱਗ ਨਾਲ ਹੀ ਸੜਨੇ ਸ਼ੁਰੂ ਹੋ ਗਏ। ਉਵੇਂ ਵੀ ਚਲੋ ਗੁਰੂ ਦੀ ਬਖਸ਼ਿਸ਼ ਹੋ ਗਈ ਸੀ ਇਹਨਾਂ ਸਿੱਖਾਂ ਤੇ, ਉਹਨਾਂ ਦੀ ਬਖਸ਼ਿਸ਼, ਉਹਨਾਂ ਦੀ ਬਚਨਾਂ ਨਾਲ ਵੀ, ਤੇ ਉਹਨਾਂ ਨੇ ਦੁਖੀ ਹੋਣਾ ਸੀ। ਇਸ ਕਰਕੇ ਆਖਰ ਉਹ ਦੁਖੀ ਹੋ ਗਏ। ਭਇਓ ਮਹੰਤ ਬਲਾਵਨ ਤਬੈ, ਜੋਗੀ ਅਬਰ ਨ ਠਹਿਰੈ ਸਬੈ। ਜਿਸ ਵੇਲੇ ਇਹਨਾਂ ਨੇ ਲੋਕਾਂ ਨੂੰ ਗਿਆਨ ਨਾਲ ਜੋੜਿਆ, ਦੁਨੀਆ ਇਹਨਾਂ ਨਾਲ ਜੁੜਨੀ ਸ਼ੁਰੂ ਹੋ ਗਈ, ਬਸ ਉਹ ਪਖੰਡ ਦੇ ਅੱਡੇ ਆਪਣੇ ਆਪ ਉੱਠਣੇ ਸ਼ੁਰੂ ਹੋ ਗਏ। ਦੇਖ ਬਾਜ ਕੋ ਖਗ ਜਿਮ ਭਾਜ, ਜਨ ਮ੍ਰਿਗ ਚਲੇ ਕੇ ਹਰੀ ਗਾਜ। ਜਿਵੇਂ ਬਾਜ ਨੂੰ ਦੇਖ ਕੇ ਪੰਛੀ ਨਹੀਂ ਉੱਡਦਾ, ਜਿਵੇਂ ਸ਼ੇਰ ਨੂੰ ਦੇਖ ਕੇ ਮਿਰਗ ਭੱਜਦੇ ਨੇ, ਇਵੇਂ ਜਦੋਂ ਇਹ ਕਿਤੇ ਜਾ ਕੇ ਸੱਚ ਦੀ ਗੱਲ ਕਰਦੇ ਨੇ,
ਤੇ ਇਹਨਾਂ ਦੀਆਂ ਦਲੀਲਾਂ ਅੱਗੇ ਕੋਈ ਜੋਗੀ, ਕੋਈ ਸਿੱਧ, ਕੋਈ ਇਹੋ ਜਿਹੇ ਪਖੰਡੀ ਲੋਕ ਠਹਿਰਦੇ ਨਹੀਂ ਹਨ। ਤਿਸ ਮਠ ਕੋ ਕਰ ਭਗਨ ਗਿਰਾਵਾ, ਪਿਖ ਲੋਗਨ ਕੋ ਗਨ ਤਬ ਆਵਾ। ਔਰ ਦੇਖੋ, ਗੁਰਮਤ ਕਿਸੇ ਦੇ ਧਰਮ ਅਸਥਾਨ ਨੂੰ ਢਾਉਣ ਦੇ ਹੱਕ 'ਚ ਨਹੀਂ ਹੈ। ਔਰ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ, ਗੁਰਸਿੱਖਾਂ ਨੇ ਤੇ ਧਰਮ ਸਥਾਨ ਬਣਾ ਕੇ ਦਿੱਤੇ, ਕਿਤੇ ਮਸੀਤਾਂ ਬਣਾ ਕੇ ਦਿੱਤੀਆਂ, ਕਿਤੇ ਹੋਰ ਧਰਮ ਸਥਾਨ ਬਣਾ ਕੇ ਦਿੱਤੇ। ਹੁਣ ਜਿੱਥੇ ਪਖੰਡ ਦੇ ਅੱਡੇ ਸਨ, ਜਿੱਥੇ ਕੰਮ ਹੀ ਗਲਤ ਹੁੰਦੇ ਸਨ, ਬਾਹਰੋਂ ਦਿਖਾਵਾ ਧਰਮ ਦਾ ਲੇਕਿਨ ਅੰਦਰ ਦੁਰਾਚਾਰ ਹੁੰਦੇ ਸਨ ਜਾਂ ਇਆਸ਼ ਦੇ ਅੱਡੇ ਸਨ, ਉਹ ਜ਼ਰੂਰ ਢਾਏ ਨਾ ਸਿੱਖਾਂ ਨੇ ਜਾ ਕੇ ਲੋਕਾਂ ਨੂੰ ਸੱਚ ਦੀ ਸੋਝੀ ਦਿੱਤੀ। ਜਿਵੇਂ ਇਹ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ, ਇਹ ਵਾਰਤਾ ਆਪ ਜੀ ਅੱਗੇ ਸਰਵਣ ਕਰੋਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹਾਂ। ਪਿਆਰ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।